सत श्री अकाल जी, देख रहे हो जी लिविंग इंडिया न्यूज़। मैं मनदीप तुहाडा सारा दा स्वागत करदी हां जी। उम्मीद करदी हां सारे चढ़दी कला च होंगे। सो तुहाडी खिदमत च हर रोज़ इस वेले वीज़ा लाइव शो लैके हाज़र हुंदे आ। तुहाडे मन च जिहड़े भी सवाल हुंदे ने विदेश जाण नूं लैके चर्चा करदे हुंदे आ। सो उसे लड़ी उसे कड़ी नूं अगे तोरदे होए अज एक बार फिर तो मेरे नाल शामिल ने जी तुहाडे सवालों के जवाब देण लई विजन वे तो मिस्टर प्रवीण अरोड़ा जी ते मैडम विभा अरोड़ा जी। स्वागत कर लैंदे आ जी। सत श्री अकाल जी, जी आनू। सत श्री अकाल, थैंक यू जी। की हाल चाल ने? बस ऑल गुड है जी वधिया चाहिदा। सो साडे जिहड़े दर्शक ने जी, तुहानूं गुजारिश है, हाथ जोड़ के बेनती है, प्लीज़ कॉल करियो वध तो वध, पर टीवी की आवाज़ घचा के कॉल करियो ते नैटवर्क दे विच आके कॉल करियो। एक मेरी तरह कापी पेन लै लो, अपना जिहड़ा सवाल है उहदे उत्ते लिख लिओ, क्योंकि कई बारी असीं होच पोच हो जाने हैं ना, पता नहीं लगता भी कॉल लग गई है, कई बारी कतार काफ़ी लंबी हुंदी है। सो प्लीज़ टीवी की आवाज़ घचा के कॉल करियो, नैटवर्क दे विच आके कॉल करियो ते अपना सवाल साडे नाल डिस्कस करियो। कैनेडा की गलबात करांगे, यूके की गलबात करांगे, यूएसए और यूरोप की गलबात करांगे। मंच कोई भी सवाल है, नंबर डिस्पले हो रहा है, गलबात कर सकते हो जी। सो लेटेस्ट अपडेट कैनेडा तो शुरुआत कर लेने आ। बहुत सारे ਜਿਹੜੇ ਸਾਡੇ दर्शक सी वेख के कई दिन हो गए मुरझाए पए सी कि ਜਦੋਂ देखो रिफ्यूजलां ਜਿਹੜੇ मर्जी कंसलटेंट की गल सुन लो भी रिफ्यूजलां ढेर भर के आ गई, ट्रक भर के आ गई, लेकिन हुण ਜਿਹੜਾ सिनेरियो कुछ बदलदा होया नजर आ रहा है। सो खुशखबरी ਤੁਹਾਡੇ ਕੋਲੋਂ ਹੀ जानना चाहूंगी, क्योंकि दर्शक भी एक्साइटेड हो रहे होंगे। सो खुशखबरी की है ते किहड़ी प्रोफाइल है जिन्हां नूं ये खुशखबरी जिहड़ी है खिड़े मत्थे परवान हुई है? देखो, सब तो पहले तो मैं सब स्टूडेंट्स ਨੂੰ ਕੰਗ੍ਰੈਚੁਲੇਸ਼ਨਸ ਕਰਨਾ ਚਾਹੁੰਦਾ ਜਿਨ੍ਹਾਂ ਦੇ ਵੀਜ਼ਾਸ ਆਏ ਹੈਗੇ ਨੇ। ਇੱਥੇ ਇੰਪੋਰਟੈਂਟ ਗੱਲ ਹੈ ਕਿ ਕਿਹੜੇ ਸਟੂਡੈਂਟਸ ਦੇ ਵੀਜ਼ਾ ਹੈ, ਕਿਸ ਪ੍ਰੋਫਾਈਲਸ ਨੂੰ ਵੀਜ਼ਾ ਦਿੱਤਾ ਗਿਆ। ਸਭ ਤੋਂ ਪਹਿਲੇ ਜੋ ਐਸਡੀਐਸ ਕੈਟਾਗਰੀ ਦੇ ਅੰਦਰ ਇਸ ਟਾਈਮ ਮੈਕਸਿਮਮ ਸਕਸੈਸ ਰੇਟ ਨਿਕਲ ਰਿਹਾ ਹੈ। ਅਗਰ ਐਸਡੀਐਸ ਦੀ ਆਪਾਂ ਗੱਲ ਕਰੀਏ, ਅਬਵ 90% ਸਟੂਡੈਂਟਸ ਵੀਜ਼ਾਸ ਲੈ ਰਹੇ ਹੈਗੇ ਨੇ। ਇਸ ਟਾਈਮ ਤੇ ਇੱਕ ਟਾਈਮ ਸੀਗਾ ਜਦੋਂ ਐਸਡੀਐਸ ਦੇ ਨਾਲ ਉਹ ਐਕੈਡੈਮਿਕ ਪ੍ਰੋਫਾਈਲ ਮੈਟਰ ਨਹੀਂ ਕਰਦਾ ਸੀਗਾ, ਬਟ ਐਕੈਡੈਮਿਕ ਪਲੱਸ ਆਇਲਸ ਦੋਨੋਂ ਮੈਟਰ ਕਰ ਰਹੇ ਨੇ। ਤੇ ਸਟੂਡੈਂਟਸ ਨੂੰ ਇੱਥੇ ਅਪੀਲ ਕੀਤੀ ਜਾ ਰਹੀ ਹੈ कि ਜਿਹੜੇ ਸਟੂਡੈਂਟਸ ਦੇ ਬੈਂਡ ਸਕੋਰ ਲੋ ਨੇ ਉਹਨਾਂ ਦੀ ਫਾਈਲਸ ਇਮੀਗ੍ਰੇਸ਼ਨ ਦੇ ਅੰਦਰ ਲੋਜ਼ਡ ਹੈਗੀਆਂ ਨੇ। ਸਪੋਜ਼ 6.5 ਬੈਂਡਸ ਨੇ ਔਰ ਤੁਹਾਡਾ ਐਕੈਡੈਮਿਕ ਪ੍ਰੋਫਾਈਲ ਬਹੁਤ ਅੱਛਾ ਹੈਗਾ ਤੇ ਤੁਹਾਡਾ ਅਗਰ ਅਨਫੋਰਚੂਨੇਟਲੀ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ ਤੇ ਇੱਥੇ ਕਿਸੇ ਨੂੰ ਵੀ ਹਰਾਸ ਹੋਣ ਦੀ ਜ਼ਰੂਰਤ ਨਹੀਂ ਹੈ। पैरेलली ਤੁਹਾਡਾ ਅਗਰ ਰਿਜ਼ਲਟ ਨਹੀਂ ਆ ਰਿਹਾ, ਤੁਸੀਂ ਆਪਣੀ ਸਾਈਡ ਬਾਈ ਸਾਈਡ ਆਪਣੀ ਆਇਲਸ ਦੀ ਪ੍ਰੀਪਰੇਸ਼ਨਸ ਦੁਬਾਰਾ ਕਰ ਲਓ, 6 ਚ ਲਓ, ਐਕੈਡੈਮਿਕ ਸਕੋਰ ਗੁੱਡ ਹੈ ਔਰ ਕੈਨੇਡਾ ਇਮੀਗ੍ਰੇਸ਼ਨ ਤੁਹਾਨੂੰ इस टाइम ते वीज़ा देगी और आने वाले टाइम के अंदर भी ਤੁਹਾਨੂੰ ਵੀਜ਼ਾ ਮਿਲੇਗਾ ਜੀ। ਮਤਲਬ ਜੋ ਮੱਦੇ ਨਜ਼ਰ ਆਪਾਂ ਹਾਲਾਤਾਂ ਨੂੰ ਧਿਆਨ ਚ ਰੱਖੇ ਤਾਂ ਵਿਦਿਆਰਥੀਆਂ ਨੂੰ ਹੁਣ ਇੱਕ ਮੋਡਿਊਲ ਚ 5.5 ਵਾਲਿਆਂ ਨੂੰ ਆਪਣੀ ਫਾਈਲ ਪ੍ਰੋਸੈਸ ਹੀ ਨਹੀਂ ਕਰਾਉਣੀ ਚਾਹੀਦੀ, ਜਾਂ ਫਿਰ ਕਿਤੇ ਕੋਈ ਹੋਰ ਇਹਦੀ ਕੋਈ ਹੋਰ ਕੁੰਡੀ ਹੈਗੀ ਹੈ ਵੀ ਪ੍ਰੋਵਿੰਸ ਚੇਂਜ ਕਰ ਲਓ ਕਿ ਕੁਝ ਇਦਾਂ ਦਾ? ਦੇਖੋ, ਹਰ ਕੰਸਲਟੈਂਟ ਦਾ ਨਾ ਮਨਪ੍ਰੀਤ ਜੀ ਆਪਣਾ ਆਪਣਾ ਐਕਸਪੀਰੀਅੰਸ ਹੈਗਾ। ਤੁਸੀਂ ਇਹ ਜੋ ਨੰਬਰ ਆਫ ਵੀਜ਼ਾ ਰਿਫਿਊਜ਼ ਹੋਏ, ਇਹਦਾ ਪਿੱਛੇ ਕਾਰਨ ਕੀ ਹੈ? ਆਪਾਂ ਲਾਸਟ 14 ਇਅਰਸ ਤੋਂ ਇਸ ਇੰਡਸਟਰੀ ਨੂੰ ਫੇਸ ਕਰ ਰਹੇ ਹਾਂ। ਆਪਾਂ ਇਹ ਦੇਖਦੇ ਹਾਂ ਕਿ ਜਦੋਂ ਕਿਸੇ ਕੰਟਰੀ ਨੂੰ ਜਿੰਨੇ ਵੀਜ਼ਾਸ ਦੀ ਜ਼ਰੂਰਤ ਹੁੰਦੀ ਹੈ, ਉਸ ਤੋਂ ਬਾਅਦ ਜਦੋਂ ਦੂਸਰੀ ਕੰਟਰੀ ਓਪਨ ਕਰਨੀ ਹੁੰਦੀ ਹੈ, ਇੱਕ ਕੰਟਰੀ ਵੀਜ਼ਾ ਰਿਫਿਊਜ਼ ਕਰਨਾ ਸ਼ੁਰੂ ਕਰ ਦਿੰਦੀ ਹੈ। ਇਹਦੇ ਵਿੱਚ ਮੈਂ ਇੱਕ ਚੀਜ਼ ਐਡ ਆਨ ਕਰਨਾ ਚਾਹਾਂਗਾ ਕਿ ਇਹ ਐਸਾ ਕਿਉਂ ਹੋਇਆ ਕਿ ਕੈਨੇਡਾ ਨੇ ਇੱਕਦਮ ਵੀਜ਼ਾ ਰਿਫਿਊਜ਼ ਕੀਤੇ। ਦੇਖੋ, ਮੇਰਾ ਮੰਨਣਾ ਹੈਗਾ ਕਿ ਚਾਈਨਾ ਔਰ ਯੂਐਸਏ ਦਾ ਰਿਲੇਸ਼ਨਸ ਅੱਜ ਦੀ ਡੇਟ ਦੇ ਅੰਦਰ ਖਰਾਬ ਹੈ। ਚਾਈਨਾ ਤੋਂ ਬਹੁਤ ਜ਼ਿਆਦਾ ਸਟੂਡੈਂਟ ਜਿਹੜਾ ਸੀਗਾ ਉਹ ਯੂਐਸਏ ਜਾਂਦਾ ਸੀਗਾ, ਔਰ ਇੰਡੀਆ ਚੋਂ ਸਾਊਥ ਇੰਡੀਆ ਔਰ ਗੁਜਰਾਤ ਤੋਂ ਯੂਐਸਏ ਦਾ ਸਟੂਡੈਂਟ ਸਟੱਡੀ ਵਾਸਤੇ ਜਾਂਦਾ ਸੀਗਾ। ਚਾਈਨਾ ਦੇ ਡੋਰ ਸਟੂਡੈਂਟਸ ਦੇ ਡੋਰ ਯੂਐਸਏ ਨੇ ਕੁਝ ਟਾਈਮ ਵਾਸਤੇ ਬੰਦ ਕੀਤੇ ਨੇ ਔਰ ਓਪਰਚੁਨਿਟੀ ਮਿਲੀ ਇੰਡੀਅਨ ਨੂੰ, ਪੰਜਾਬ ਔਰ ਹਰਿਆਣਾ ਦੇ ਸਟੂਡੈਂਟਸ ਨੂੰ। ਹੁਣ ਜੋ ਪੰਜਾਬ ਔਰ ਹਰਿਆਣਾ ਦਾ ਮੈਕਸਿਮਮ ਸਟੂਡੈਂਟ ਜਾ ਰਿਹਾ ਕੈਨੇਡਾ ਦੇ ਅੰਦਰ, ਔਰ ਉਹਨੂੰ ਕੈਨੇਡਾ ਦੇ ਸਟੂਡੈਂਟਸ ਨੂੰ ਮੋਲਡ ਅਪ ਕਰਨ ਵਾਸਤੇ ਕੈਨੇਡਾ ਔਰ ਯੂਐਸਏ ਐਜ਼ ए ब्रदर सिस्टर ਹੈਗੇ ਨੇ। ਥੋੜਾ ਟਾਈਮ ਬੋਲਿਆ ਗਿਆ ਕਿ ਤੁਸੀਂ ਵੀਜ਼ਾ ਰਿਫਿਊਜ਼ ਕਰ ਦਿਓ, ਇਧਰੋਂ ਵੀਜ਼ਾ ਦੇਣੇ ਸ਼ੁਰੂ ਕਰ ਦਿਓ ਤਾਂ ਕਿ ਮਾਰਕੀਟ ਦੋਨਾਂ ਦੀ ਬਰਾਬਰ ਹੋ ਜੇ। ਸਿੰਪਲ ਜਿਹਾ ਲੌਜੀਕ ਵਾਲਾ ਫੰਡਾ ਹੈ। ਉਹ ਜਿਹੜੀ ਤੁਸੀਂ ਬਿਲਕੁਲ ਜੀ ਬਿਲਕੁਲ ਜੋ ਤੁਸੀਂ ਇਹ ਕੁਐਸਚਨ ਪੁੱਛਿਆ ਕਿ 6 ਇੱਕ ਮੋਡਿਊਲ 5.5 ਬੈਂਡ ਨੂੰ ਡੈਫੀਨਿਟਲੀ ਉਹਨਾਂ ਨੂੰ ਵੀਜ਼ਾ ਅਪਲਾਈ ਕਰਨਾ ਚਾਹੀਦਾ ਅਗਰ ਐਕੈਡੈਮਿਕ ਸਕੋਰ ਗੁੱਡ ਹੈ, ਅਬਵ 60% ਹੈ, ਕਿਉਂਕਿ ਕੈਨੇਡਾ ਜਦੋਂ ਯੂਐਸਏ ਦਾ ਇੱਕ ਲੈਵਲ ਆ ਜਾਏਗਾ ਤੇ ਉਸ ਤੋਂ ਬਾਅਦ ਤੁਸੀਂ ਇਹ ਦੇਖੋਗੇ ਕੈਨੇਡਾ 6 ਇੱਕ ਮੋਡਿਊਲ 5.5 ਨੂੰ ਵੀਜ਼ਾ ਦੇ ਰਿਹਾ ਹੈ ਔਰ ਯੂਐਸਏ ਵੀਜ਼ਾ ਦੇ ਰਿਹਾ ਹੈ। ਠੀਕ ਹੈ। ਸੋ ਕਿਤੇ ਨਾ ਕਿਤੇ ਬਰਾਬਰੀ ਦਾ ਜਿਹੜਾ ਹੈ ਇਹ ਆਪਣੀਆਂ ਜਿਵੇਂ ਕਹੀਏ ਕਿ ਇੱਕ ਐਕਸਪੈਕਟੇਸ਼ਨ ਜੀਆਂ ਲਾਈਆਂ ਜਾ ਰਹੀਆਂ ਹਨ एक्सपेक्टेशन है साडी जो एक्सपीरियंस है, जो एक्सपीरियंस ਤੁਹਾਡਾ एक्सपीरियंस बोल रहा है कि ਇਹ ਹਾਲਾਤ ਚੱਲ ਰਹੇ ਨੇ। ਮੰਚ ਕੋਈ ਵੀ ਸਵਾਲ ਹੈ ਜੇ ਡਿਸਕਸ ਕਰ ਸਕਦੇ ਹੋ। ਅੱਛਾ ਪ੍ਰਵੀਨ ਜੀ, ਵੀਜ਼ੇ ਆ ਰਹੇ ਨੇ, ਵੀਜ਼ੇ ਹੁਣ ਕਿਊਬਿਕ ਦੇ ਵੀ ਆ ਰਹੇ ਨੇ ਕਿ ਉਹ ਉਦਾਂ ਦਾ ਉਦਾਂ ਬੰਦ ਪਿਆ ਡੱਬਾ? ਜੀ ਬਿਲਕੁਲ ਜੀ, ਨਹੀਂ ਬਿਲਕੁਲ ਕਿਊਬਿਕ ਦੇ ਵੀ ਵੀਜ਼ਾ ਆ ਰਹੇ ਨੇ, ਬਟ ਜਿਹੜੇ 10 ਕਾਲਜਸ ਜਿਹੜੇ ਹਾਈਲਾਈਟ ਹੋਏ ਸੀ ਹਲੇ ਉਹਨਾਂ ਵਾਸਤੇ ਵੀਜ਼ਾ ਓਪਨ ਨਹੀਂ ਹੈਗੇ ਤੇ ਸਟਿਲ ਬਟ ਧੀਰੇ ਧੀਰੇ ਪ੍ਰੋਗਰੈਸ ਹੋ ਰਹੀ ਹੈ ਤੇ ਐਵੀਰੋਨ ਕਾਲਜ ਐਂਡ ਲਾਈਕ ਸਮ ਅਦਰ ਕਾਲਜਸ ਇਹਨਾਂ ਦੇ ਵੀਜ਼ਾ ਵੀ ਅਪਰੂਵ ਹੋ ਰਹੇ ਨੇ। ਸੋ ਕਿਊਬਿਕ ਇਜ਼
is also on track. ਠੀਕ ਹੈ ਸੋ ਕਿਊਬੈਕ ਵੱਲੋਂ ਵੀ ਜਿਹੜੀ ਖੁਸ਼ਖਬਰੀ ਆਉਣੀ ਸ਼ੁਰੂ ਹੋ ਰਹੀ ਹੈ, ਮੰਚ ਕਵੀ ਸਵਾਲ ਹੈ ਡਿਸਕਸ ਕਰ ਸਕਦੇ ਹੋ। ਹਾਲਾਤ ਜੋ ਕੁਝ ਵੀ ਰਹੇ ਕੈਨੇਡਾ ਦੇ, ਕਿਊਬੈਕ ਦੇ, ਮੌਂਟਰੀਅਲ ਦੇ, ਸੋ ਐਸੇ ਵਿੱਚ ਹੁਣ ਵਿਦਿਆਰਥੀ ਜਿਹੜਾ ਆ ਕਿਊਬੈਕ ਜਾਣ ਬਾਰੇ ਨਹੀਂ ਸੋਚ ਰਿਹਾ, ਉਹ ਕੋਈ ਨਾ ਕੋਈ ਹੋਰ ਇਹਦਾ ਅਲਟਰਨੇਟ ਆਪਸ਼ਨ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਵੀ ਹੋਰ ਕਿੱਥੇ ਜਾਇਆ ਜਾ ਸਕਦਾ। ਸੋ ਜਿਹੜੀ ਪ੍ਰੋਫਾਈਲ, ਕਿਉਂਕਿ ਖਾਸ ਤੌਰ ਤੇ ਨਾਨ ਐਸਡੀਐਸ ਪ੍ਰੋਫਾਈਲ ਵਾਲਾ ਜਿਹੜਾ ਵਿਦਿਆਰਥੀ ਸੀ ਉਹ ਕਿਊਬੈਕ ਵੱਲ ਨੂੰ ਰੁਝਾਨ ਕਰਦਾ ਸੀ। ਹੁਣ ਜੇ ਕਿਊਬੈਕ ਨਹੀਂ ਜਾਣਾ, ਕਿਉਂਕਿ 10 ਕਾਲਜ ਹੱਲੇ ਵੀ ਬਲੈਕ ਲਿਸਟਡ ਹੈਗੇ ਨੇ, ਕੁਝ ਵੀ ਹੋ ਸਕਦਾ ਹੱਲੇ, ਹੋਰ ਕੀ ਪਤਾ 6 ਮਹੀਨੇ ਲੱਗਣ, 2 ਮਹੀਨੇ ਲੱਗਣ, ਸਾਲ ਲੱਗ ਜੇ, ਗੱਲ ਨੂੰ ਪਰੇ ਕਰ ਦਿੰਦੇ ਆ। ਆਪਸ਼ਨ ਹੋਰ ਆਪਾਂ ਅਲਟਰਨੇਟ ਕੋਈ ਹੋਰ ਜੇ ਪ੍ਰੋਵਿੰਸ ਲੱਭੀਏ ਤਾਂ ਉਹ ਕਿਹੜੀ ਹੈਗੀ ਹੈ, ਕਿਹੜੇ ਕਾਲਜਸ ਹੈਗੇ ਆ, ਵਿਦਿਆਰਥੀਆਂ ਨੂੰ ਕਿਹੜੇ ਪਾਸੇ ਹੋਰ ਜਾਣਾ ਚਾਹੀਦਾ ਜਿੱਥੇ ਫਿਊਚਰ ਸੈਟਲਮੈਂਟ ਆਪਸ਼ਨ ਵੀ ਈਜ਼ੀਲੀ ਮਿਲ ਸਕੇ। देखो कनाडा के अंदर अगर 6 एक मॉड्यूल 5.5 बैंड है ना, और ਤੁਹਾਨੂੰ उम्मीद है कि ਤੁਹਾਡਾ ਵੀਜ਼ਾ नहीं आएगा, तो एक बार 2 बार वीजा अप्लाई कर चुके हो, तो कनाडा ਦੇ ਪੈਰਲਲ ਅਗਰ ਮੈਂ ਗੱਲ ਕਰਾਂਗਾ ਤੇ USA ਸੈਕੰਡ ਆਪਸ਼ਨ ਹੋਣਾ ਚਾਹੀਦਾ ਇੰਸਟੈਡ ਆਫ ਦੈਟ ਕਿ ਤੁਸੀਂ ਬਾਰ-ਬਾਰ ਜਿਵੇਂ ਮੈਂ ਕੈਨੇਡਾ ਦੀ ਹੀ ਗੱਲ ਕਰੀ ਸੀ, ਪ੍ਰੋਵਿੰਸ ਜੇ ਆਪਾਂ ਚੇਂਜ ਕਰੀਏ ਜਿਵੇਂ ਨੋਵਾ ਸਕੋਸ਼ੀਆ ਵੱਲ ਜਾ ਸਕਦੇ ਹੈਗੇ ਆਪਾਂ, ਔਰ ਵੈਂਕੂਵਰ ਦਾ ਸਕਸੈਸ ਰੇਟ ਵੀ ਐਜ਼ ਕੰਪੇਅਰ ਟੂ ਓਨਟਾਰੀਓ ਆਪਾਂ ਇਸ ਕਰਕੇ ਇੱਕ ਮੋਡਿਊਲ 5.5 ਨੂੰ ਐਡਵਾਈਜ਼ ਨਹੀਂ ਕਰ ਰਹੇ, ਕਰਾਊਡ ਹੋਣ ਦੀ ਵਜ੍ਹਾ ਤੋਂ। ਕੱਲ ਨੂੰ ਜਦੋਂ ਬੱਚੇ ਨੇ ਪੀਆਰ ਵਾਸਤੇ ਅਪਲਾਈ ਕਰਨਾ ਹੈ ਤੇ ਉੱਥੇ ਉਹਨਾਂ ਨੂੰ ਲਾਸਟ ਵਿੱਚ ਆਪਣੀ ਸਟੇਟ ਲੀਵ ਕਰਕੇ ਅਦਰ ਸਟੇਟ ਹੀ ਜਾਣਾ ਪਏਗਾ, ਤੇ ਬੈਟਰ ਹੈ ਕਿ ਇੱਕ ਮੋਡਿਊਲ ਅਗਰ 5.5 ਹੈਗੇ ਨੇ ਤਾਂ ਵੈਂਕੂਵਰ ਵੱਲ ਮੂਵ ਕੀਤਾ ਜਾਏ ਜਾਂ ਨੋਵਾ ਸਕੋਸ਼ੀਆ ਵੱਲ ਮੂਵ ਕੀਤਾ ਜਾਏ। ਔਰ ਇਹਦੇ ਵਿੱਚ ਇੱਕ ਅੱਛੀ ਚੀਜ਼ ਹੈਗੀ ਕਿ ਨੋਵਾ ਸਕੋਸ਼ੀਆ 'ਚ ਇੱਕ ਬਹੁਤ ਹੀ ਰਿਪਿਊਟਡ ਗਵਰਨਮੈਂਟ ਯੂਨੀਵਰਸਿਟੀ ਹੈਗੀ ਜੋ ਤੁਹਾਨੂੰ MOI ਬੇਸਿਸ ਤੇ ਤੁਹਾਡੇ ਮੀਡੀਅਮ ਆਫ ਇੰਸਟਰਕਸ਼ਨ ਅਗਰ ਤੁਸੀਂ ਇੰਗਲਿਸ਼ 'ਚ ਕੀਤਾ ਹੈਗਾ ਉਹਦੇ ਬਿਹਾਫ ਤੇ ਤੁਹਾਨੂੰ ਐਡਮਿਸ਼ਨ ਮਿਲ ਜਾਏਗਾ, ਔਰ ਤੁਸੀਂ ਅਗਰ ਓਵਰਆਲ 6 ਵਿਦ ਇੱਕ ਮੋਡਿਊਲ 5.5 ਹੈਗੇ ਹੋ ਉਸ ਨੂੰ ਯੂਜ਼ ਕਰਦੇ ਹੋ, ਤੁਸੀਂ ਇਮੀਗ੍ਰੇਸ਼ਨ 'ਚ ਆਪਣੀ ਵੀਜ਼ਾ ਫਾਈਲ ਕਰ ਸਕਦੇ ਹੋ। ਨੋਵਾ ਸਕੋਸ਼ੀਆ ਇਨਾ ਲਾਈਮਲਾਈਟ ਤੇ ਨਹੀਂ ਹੈਗਾ, ਇਨਾ ਹਾਈਲਾਈਟ ਨਹੀਂ ਕੀਤਾ ਗਿਆ, ਪਰ ਕੋਰਸ ਉੱਥੇ ਸਾਰੇ ਅਵੇਲੇਬਲ ਹੈ। ਬਿਲਕੁਲ ਸਰ, ਮੈਮ ਇਟਸ ਅ ਗਵਰਨਮੈਂਟ ਯੂਨੀਵਰਸਿਟੀ, ਇੱਥੇ ਤੁਹਾਨੂੰ ਬੈਚਲਰਸ, ਡਿਪਲੋਮਾਸ, ਪੀਜੀਸ, ਡਿਪਲੋਮਾ, ਮਾਸਟਰ ਸਭ ਕੁਝ ਮਿਲੇਗਾ, ਔਰ ਬਿਕੋਜ਼ ਰੈਪਿਊਟੇਸ਼ਨ ਬਹੁਤ ਅੱਛੀ ਹੈ ਗਵਰਨਮੈਂਟ ਯੂਨੀਵਰਸਿਟੀ ਦੀ, ਤਾਂ ਆਬਵੀਅਸਲੀ ਇਹਦੇ 'ਚ ਵੀਜ਼ਾ ਸਕਸੈਸ ਅੱਛੀ ਹੈ। ਔਰ ਇਮੀਗ੍ਰੇਸ਼ਨ ਵੀ ਚਾਹੁੰਦੀ ਕਿ ਜੋ ਸਾਡੇ ਬੈਕਵਰਡਸ ਏਰੀਆ ਨੇ ਸਾਡੇ ਪ੍ਰਮੋਸ਼ਨ 'ਚ ਜਾਣ, ਸੋ ਦੈਟਸ ਵਾਈ ਦੇ ਆਰ ਗਿਵਿੰਗ ਵੀਜ਼ਾਸ ਫॉर। ਜੀ ਠੀਕ ਹੈ ਜੀ। ਹਾਂਜੀ, ਅਗਰ ਆਪਾਂ ਨੋਵਾ ਸਕੋਸ਼ੀਆ ਦੀ ਗੱਲ ਕਰੀਏ, ਜਿਸ ਤਰ੍ਹਾਂ ਕਿ ਸੌਰੀ ਸੀਬੀ ਯੂਨੀਵਰਸਿਟੀ ਦੀ ਗੱਲ ਕਰ ਰਹੇ ਹੈਗੇ ਨੇ, ਉੱਥੇ ਬੈਨੀਫਿਟ ਇੱਕ ਇਹ ਵੀ ਹੈਗਾ ਕਿ ਅਗਰ ਸਪੋਜ਼ ਤੁਸੀਂ ਪੀਜੀ ਡਿਪਲੋਮਾ 2 ਇਅਰਸ ਦਾ ਕੀਤਾ ਹੈਗਾ, ਆਫਟਰ ਕੰਪਲੀਸ਼ਨ ਆਫ ਯੋਰ ਸਟੱਡੀ ਤੁਸੀਂ ਸਿੰਪਲ ਐਮਪਲੋਇਮੈਂਟ ਲੈ ਲਓ ਆਪਣਾ, ਉਸ ਤੋਂ ਬਾਅਦ ਸਟੇਟ ਵੇ ਯੂ ਕੈਨ ਅਪਲਾਈ ਫॉर ਪੀਆਰ, ਔਰ ਵਿਦ ਇਨ 3 ਇਅਰਸ ਯੂ ਕੈਨ ਗੈਟ ਪੀਆਰ। ਜੀ ਠੀਕ ਹੈ। ਸੋ ਬਹੁਤ ਸਾਰੇ ਜਿਹੜੇ ਆਪਸ਼ਨਸ ਆ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੁੰਨੇ ਆ, ਫ੍ਰੀ ਦੀ ਸਲਾਹ ਸਾਡੇ ਦਰਸ਼ਕਾਂ ਨੂੰ ਸਾਡੀ ਦੇਣ ਦੀ ਹਰ ਰੋਜ਼ ਕੋਸ਼ਿਸ਼ ਹੁੰਦੀ ਹੈ। ਮੰਚ ਕੋਈ ਵੀ ਸਵਾਲ ਹੈ ਡਿਸਕਸ ਕਰਦੇ ਰਿਹਾ ਕਰੋ, ਕਾਲ ਕਰਦੇ ਰਿਹਾ ਕਰੋ। ਰਿਫਿਊਜ਼ਲ ਦਾ ਇੱਕ ਬਹੁਤ ਵੱਡਾ ਰੀਜ਼ਨ ਰਿਹਾ ਪ੍ਰਵੀਨ ਜੀ, ਜਿਹੜਾ ਆਮ ਤੌਰ ਤੇ ਸੁਣਨ ਨੂੰ ਮਿਲਿਆ, ਉਹ ਰਿਹਾ ਵੀ ਕੋਰਸ ਸਿਲੈਕਸ਼ਨ। ਐਸਡੀਐਸ ਕੈਟਾਗਰੀ ਦਾ ਵਿਦਿਆਰਥੀ 7 ਬੈਂਡ ਲੈ ਕੇ ਬੈਠਾ ਵਿਦਿਆਰਥੀ, ਉਹ ਵਿਦਿਆਰਥੀ ਮਾਰ ਖਾ ਗਿਆ ਕੋਰਸ ਸਿਲੈਕਸ਼ਨ ਤੋਂ। ਕਈ ਕਹਿੰਦੇ ਨੇ ਕਿ ਸਾਡੀ ਕੋਰਸ ਸਿਲੈਕਸ਼ਨ ਵੀ ਬਿਲਕੁਲ ਸਹੀ ਸੀ, ਅਸੀਂ ਤਾਂ ਵੀ ਰਿਫਿਊਜ਼ਲ ਲੈ ਕੇ ਬੈਠੇ ਹਾਂ। ਸੋ ਰੀਜ਼ਨ ਕੀ ਮੰਨ ਰਹੇ ਹੋ ਕਿ ਕਿਉਂ ਕੋਰਸ ਸਿਲੈਕਸ਼ਨ ਸਹੀ ਹੋਣ ਦੇ ਬਾਵਜੂਦ ਖਾਸ ਤੌਰ ਤੇ ਸਵਾਲ ਜਿਹੜਾ ਵਿਦਿਆਰਥੀਆਂ ਨੇ ਕੀਤਾ ਜਿਹੜੇ ਆਲਰੇਡੀ ਇਥੋਂ ਮਾਸਟਰਸ ਕਰਕੇ ਬੈਠੇ ਸੀਗੇ, ਸੋ ਕੀ ਕਾਰਨ ਮੰਨਦੇ ਹੋ? ਕੋਰਸ ਵੀ ਸਹੀ ਸੀ ਉਹਨਾਂ ਦਾ, ਫਿਰ ਕਿਉਂ ਰਿਫਿਊਜ਼ ਹੋ ਰਹੇ ਨੇ? ਦੇਖੋ ਮੈਂ ਸਭ ਤੋਂ ਪਹਿਲੇ ਲਿਵਿੰਗ ਇੰਡੀਆ ਚੈਨਲ ਦਾ ਥੈਂਕਸ ਕਰਨਾ ਚਾਹਾਂਗਾ ਕਿ ਜੋ ਆਪਾਂ ਨੂੰ ਇੱਕ ਹਫਤੇ ਅੰਦਰ ਜਾਂ 10 ਦਿਨ ਅੰਦਰ ਜੋ ਲੀਡਸ ਮਿਲੀਆਂ ਸਾਨੂੰ, ਉਹਦੇ ਅੰਦਰ ਬੱਚਿਆਂ ਨੇ ਸਾਡੇ ਨਾਲ ਕੋਰਸ ਸਿਲੈਕਸ਼ਨਸ ਦੀ ਗੱਲ ਕੀਤੀ। ਜੋ ਲਾਸਟ ਟਾਈਮ ਆਪਾਂ ਮੈਸੇਜ ਕਨਵੇ ਕਰਨਾ ਚਾਹੁੰਦੇ ਸੀ, ਉਹ ਮੈਸੇਜ ਪੂਰੀ ਤਰ੍ਹਾਂ ਤੁਹਾਡੇ ਥਰੂ ਕਨਵੇ ਹੋਇਆ। ਠੀਕ ਹੈ। ਹੁਣ ਅਗਰ ਆਪਾਂ ਗੱਲ ਕਰੀਏ ਉਹਦਾ ਕਿ ਕੈਨੇਡਾ ਦੇ ਅੰਦਰ ਸਿਸਟਮ ਕੀ ਹੈ ਕਿ ਸਪੋਜ਼ ਮਾਸਟਰ ਡਿਗਰੀ ਕਿਸੇ ਨੇ ਬਾਇਓਟੈਕਨੋਲੋਜੀ ਕੀਤੀ ਹੈ, ਰਾਈਟ, ਐਮਐਸਸੀ ਬਾਇਓਟੈਕਨੋਲੋਜੀ ਔਰ 3 ਸਾਲ ਦਾ ਐਕਸਪੀਰੀਅੰਸ ਕਰਨ ਤੋਂ ਬਾਅਦ ਉਹਨਾਂ ਨੂੰ ਪ੍ਰੋਗਰਾਮ ਦਿਲਵਾਤਾ ਜਾਂਦਾ ਜੀ ਹੈਲਥ ਕੇਅਰ ਜਾਂ अर्ਲੀ ਚਾਈਲਡਹੁੱਡ ਦਾ ਪ੍ਰੋਗਰਾਮ। ਅਗਰ ਹੈਲਥ ਕੇਅਰ ਜਾਂ अर्ਲੀ ਚਾਈਲਡਹੁੱਡ ਦਾ ਪੀਜੀ ਡਿਪਲੋਮਾ ਦਿਲਵਾਤਾ ਗਿਆ, ਹੁਣ ਤੁਸੀਂ ਕੀ ਚੀਜ਼ ਸਟੂਡੈਂਟਸ ਨੂੰ ਇੱਥੇ ਸਮਝਣੀ ਚਾਹੀਦੀ ਹੈ, ਆਫਟਰ ਕੰਪਲੀਸ਼ਨ ਆਫ ਮਾਸਟਰ ਡਿਗਰੀ 2 ਫੈਕਟਰਸ ਇੰਪੋਰਟੈਂਟ ਨੇ, ਇੱਕ ਪ੍ਰੋਗਰੈਸ਼ਨ ਆਫ ਸਟੱਡੀਜ਼ ਔਰ ਇੱਕ ਰਿਗਰੈਸ਼ਨ ਆਫ ਸਟੱਡੀਜ਼। प्रोग्रेशन ऑफ स्टडीज है कि आप हायर एजुकेशन वास्ते जाइए, रिग्रेशन ऑफ स्टडीज है कि आप लोअर एजुकेशन वास्ते जा रहे हैं। कुछ कंसल्टेंट साडे ऐसे भी हैगे ने जो बच्चों ਨੂੰ एमएससी तो बाद +2 वाला डिप्लोमास अर्ली चाइल्डहुड दिलवा देंगे, इदां दे कोर्स दिलवा देंगे। डिप्लोमा सही सी लेकिन उन्हें दी प्रोफाइल नाल मैच नहीं करेगा। ਇੱਥੇ ਮਾਸਟਰਸ ਕਰਕੇ ਬੈਠੇ ਉਹਨੇ +2 ਵਾਲਾ डिप्लोमा ਕਰਕੇ +2 ਵਾਲਾ डिप्लोमा ਨੂੰ ਦੇ ਰਹੇ। ਜੋ ਬੱਚਾ +2 ਸਟੱਡੀ ਕਰਨ ਜਾ ਰਿਹਾ ਹੈ ਉਹ ਐਮਐਸਸੀ ਵਾਲਾ ਸਟੱਡੀ ਕਰਨ ਜਾ ਰਿਹਾ ਹੈ। ਬੀਐਡ ਸਟੱਡੀ ਕੀਤੀ ਹੈ ਤੁਸੀਂ ਉਹਨੂੰ अर्ਲੀ ਚਾਈਲਡਹੁਡ ਦੇ ਰਹੇ ਹੋ ਜੋ +2 ਵਾਲਾ ਬੱਚਾ ਜਾ ਰਿਹਾ ਹੈ। ਤੇ ਇਹ ਸੋ ਮੈਨੀ ਰੀਜ਼ਨਸ ਹੈਗੇ ਨੇ ਜਿਹੜੇ ਕੋਰਸ ਸਿਲੈਕਸ਼ਨ ਬੜੀ ਇੰਪੋਰਟੈਂਟ ਹੈ। ਡਿਪੈਂਡ ਕਰਦਾ ਹੈ ਕਿ ਜਿਹੜੇ ਕੰਸਲਟੈਂਟ ਕੋਲ ਤੁਸੀਂ ਜਾ ਰਹੇ ਹੋ ਉਹਨੂੰ ਕਿਸ ਟਾਈਪ ਦੀ ਆਪਣੀ ਕੋਰਸ ਸਿਲੈਕਸ਼ਨ ਦੀ ਨੌਲੇਜ ਹੈ। ਹੁਣ ਮੈਂ ਇੱਥੇ ਇੱਕ ਚੀਜ਼ ਬੋਲਣਾ ਚਾਹਾਂਗਾ ਕਿ ਆਪਾਂ ਜਦੋਂ ਕਿਸੇ ਵੀ ਆਫਿਸ ਦੇ ਅੰਦਰ ਜਾਂਦੇ ਆ, ਡਿਪੈਂਡ ਕਰਦਾ ਹੈ ਕਿ ਓਨਰ ਔਰ ਉਹਦੇ ਸਟਾਫ ਦੇ ਉੱਤੇ ਕਿ ਉਹ ਕਿੰਨੇ % ਉਹਨਾਂ ਨੂੰ ਪ੍ਰੋਡਕਟ ਇਨਫੋਰਮੇਸ਼ਨ ਹੈਗੀ ਹੈ। ਹੁਣ ਸਟਾਫ ਕੋਈ ਮਨਪ੍ਰੀਤ ਜੀ ਮੈਂ ਦੱਸਣਾ ਚਾਹਾਂਗਾ ਕਿ ਸਟਾਫ ਕੋਈ ਮੈਂਬਰ 6 ਮਹੀਨੇ ਪਾ ਕੇ ਜੁਆਇਨ ਕੀਤਾ ਜਾਂ 1 ਸਾਲ ਪਹਿਲੇ ਉਹਨੇ ਜੁਆਇਨ ਕੀਤਾ, ਉਹਨੂੰ ਕੋਰਸ ਸਿਲੈਕਸ਼ਨ ਦੀ ਨੌਲੇਜ ਨਹੀਂ ਹੈਗੀ, ਬਟ ਉਹਦਾ ਟਾਰਗੇਟ ਹੈ ਕਿ ਉਹਨੇ ਕੇਸ ਫੜਨਾ ਹੈ, ਚਾਹੇ ਬਾਏ ਹੁੱਕ ਐਂਡ ਕ੍ਰੁਕ ਜਿੱਦਾਂ ਮਰਜ਼ੀ ਫੜ ਲਈਏ, ਜਿੱਦਾਂ ਮਰਜ਼ੀ ਫੜ ਲਈਏ। ਇਹ ਆਮ ਤੌਰ ਤੇ ਟ੍ਰੈਂਡ ਚੱਲਦਾ ਹੈ।
ਪਰ ਹੁਣ ਇਸ ਗੱਲ ਦਾ ਹੱਲ ਕੀ ਹੈਗਾ ਕਿ ਵਿਦਿਆਰਥੀ ਨੂੰ ਖੁਦ ਆਪਦਾ ਕੋਰਸ ਚੂਜ਼ ਕਰਨਾ ਚਾਹੀਦਾ ਹੈ ਜਾਂ ਕੋਈ ਹੋਰ ਇਹਦਾ ਅਲਟਰਨੇਟ ਹੈਗਾ? ਸਵਾਲ ਦਾ ਜਵਾਬ ਲੇਕਿਨ ਪਹਿਲਾਂ ਦਰਸ਼ਕਾਂ ਦੀ ਕਤਾਰ ਬਹੁਤ ਲੰਬੀ ਲੱਗ ਗਈ, ਕਾਜ਼ ਲੈ ਲਈਏ ਜੀ। ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਮੈਮ ਗੁੱਡ ਈਵਨਿੰਗ। ਹਾਂਜੀ ਮੈਮ। ਵੈਰੀ ਗੁੱਡ ਹਾਂਜੀ ਮੈਮ, good ਈਵਨਿੰਗ ਜੀ। evening। ਕੀ ਨਾਂ ਹੈ ਜੀ, ਕਿੱਥੋਂ ਬੋਲ ਰਹੇ ਹੋ? ਮੈਮ ਅਵਤਾਰ ਸਿੰਘ। ਥੋੜਾ ਜਿਹਾ ਉੱਚੀ ਬੋਲੋ। ਮੈਮ ਅਵਤਾਰ। ਹਾਂਜੀ, ਕੀ ਨਾਂ ਹੈ? ਮੈਮ ਅਵਤਾਰ ਸਿੰਘ। ਅਵਤਾਰ ਜੀ। ਅਵਤਾਰ ਜੀ ਕਿੱਥੋਂ ਬੋਲ ਰਹੇ ਹੋ? ਮੈਮ ਮੈਂ ਹੁਸ਼ਿਆਰਪੁਰ ਤੋਂ ਬੋਲ ਰਿਹਾ ਜੀ। ਠੀਕ ਹੈ ਜੀ, ਕੀ ਜਾਣਕਾਰੀ ਚਾਹੁੰਦੇ ਹੋ? ਮੇਰੀ ਮੈਮ ਜਾਣਕਾਰੀ ਇਹ ਹੈ ਕਿ ਮੈਂ 2019 ਪਾਸ ਆਊਟ ਹਾਂ। ਇਹ ਮੈਂ BSc ਕੀਤੀ ਸੀ ਐਗਰੀਕਲਚਰ ਹੀ। 71% ਹੀ। ਠੀਕ ਤੇ ਹੈ। ਮੇਰੇ ਓਵਰਆਲ PT ਦੀ 60 ਸਕੋਰ ਨੇ, ਇਜ਼ ਨੋਟ ਲੈਸ ਦੈਨ 58। 60 ਸਕੋਰ ਹੈ ਪੀਟੀ ਦਾ। ਸਰ ਮੈਂ MSc ਪੁੱਛਣੀ ਹੈ ਜੀ, ਮੈਂ ਕੈਨੇਡਾ ਬੈਟਰ ਰਹੂਗੀ MSc ਜਾਂ UK? ਸਰ MSc ਕਰਨਾ ਚਾਹੁੰਦੇ ਨੇ, ਕੈਨੇਡਾ ਤੋਂ BSc ਆਲਰੇਡੀ ਕਰ ਚੁੱਕੇ ਨੇ, 60 ਸਕੋਰ ਹੈ ਪੀਟੀ ਦਾ, ਕੀ ਕਹੋਗੇ? ਦੇਖੋ ਪਾਰਟਿਕੂਲਰ ਅਗਰ ਐਗਰੀਕਲਚਰ ਫੀਲਡ ਵਿੱਚ ਜਾਣਾ ਚਾਹੁੰਦੇ ਨੇ ਤੇ ਕੈਨੇਡਾ ਨੂੰ ਆਪਸ਼ਨ ਵੀ ਚੇਂਜ ਕਰ ਸਕਦੇ ਹੈਗੇ ਨੇ। ਆਪਸ਼ਨ ਐਗਰੀਕਲਚਰ ਦੇ ਅੰਦਰ ਅਗਰ ਆਪਾਂ ਗੱਲ ਕਰੀਏ, ਤੁਸੀਂ ਆਸਟ੍ਰੇਲੀਆ ਦੇ ਅੰਦਰ ਐਗਰੀਕਲਚਰ ਦੀ ਸਟੱਡੀ ਕਰਨ ਜਾ ਸਕਦੇ ਹੋ, ਜਾਂ ਫਿਰ ਤੁਸੀਂ এনवायरमेंटल ਸਾਇੰਸ ਵਾਸਤੇ ਜਾ ਸਕਦੇ ਹੋ। ਵੈਂਕੂਵਰ ਦੇ ਅੰਦਰ ਕੈਮਲੂਪਸ ਦੇ ਅੰਦਰ ਸਾਡੇ ਕੋਲ ਆਪਸ਼ਨ ਹੈਗਾ ਥੌਮਸਨ ਰਿਵਰ ਯੂਨੀਵਰਸਿਟੀ ਦੇ ਅੰਦਰ, ਉੱਥੇ ਬੱਚਾ ਸਟੂਡੈਂਟ ਜਾ ਕੇ ਪੜ ਸਕਦਾ ਹੈ। ਅਗਰ ਤੁਸੀਂ ਉਹਨਾਂ ਦੀ ਜੋ ਐਕੈਡੈਮਿਕ ਰਿਕੁਆਇਰਮੈਂਟ ਨੇ 7 ਨੋਟ ਲੈਸ ਦੈਨ 6.5 ਦੀ ਐਕੈਡੈਮਿਕ ਰਿਕੁਆਇਰਮੈਂਟਸ ਹੈਗੀਆਂ ਨੇ, ਤੁਸੀਂ ਪੀਟੀ ਸਕੋਰ ਆਪਣਾ ਮੈਚ ਕਰ ਲਓ। और ਵਧੇਰੀ ਜਾਣਕਾਰੀ ਲਈ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਜੀ। ਸੋ ਹੋ ਜਾਏਗਾ, ਲੇਕਿਨ ਤੁਸੀਂ ਜਿਹੜੇ ਆਪਣੇ ਡਾਕੂਮੈਂਟਸ ਹੈ ਉਹ WhatsApp ਕਰ ਰਹੇ ਹੋ, ਨੰਬਰ ਸਕਰੀਨ ਤੇ ਲਗਾਤਾਰ ਡਿਸਪਲੇ ਹੋ ਰਿਹਾ ਹੈ। ਪੀਟੀ ਕੀਤੀ ਹੈ ਵਿਦਿਆਰਥੀ ਨੇ, ਪੀਟੀ ਦੇ ਬਿਹਾਫ ਤੇ ਬਹੁਤ ਰਿਫਿਊਜ਼ਲ ਆਈਆਂ। ਭਵਿੱਖ ਚ ਵਿਦਿਆਰਥੀਆਂ ਨੂੰ ਪੀਟੀ ਕਰਕੇ ਅਪਲਾਈ ਕਰਨਾ ਚਾਹੀਦਾ ਜਾਂ ਨਹੀਂ, ਖਾਸ ਤੌਰ ਤੇ ਮਾਸਟਰਸ ਵਾਲੇ ਸਟੂਡੈਂਟ ਨੂੰ? ਆਪਾਂ ਸਟਰੋਂਗਲੀ ਰਿਕਮੈਂਡ ਕਰਾਂਗੇ ਯੈਸ ਕਰਨਾ ਚਾਹੀਦਾ। ਠੀਕ ਹੈ। ਇੱਕ ਟਾਈਮ ਸੀਗਾ ਜਦੋਂ ਪੀਟੀ ਦਾ ਵੀਜ਼ਾ ਨਹੀਂ ਆ ਰਿਹਾ ਸੀ, ਬਟ ਅੱਜ ਪੀਟੀ ਦਾ ਵੀਜ਼ਾ ਆ ਰਹੇ ਨੇ। ਠੀਕ ਹੈ। ਸੋ ਬਿਲਕੁਲ ਅਫਵਾਹਾਂ ਤੋਂ ਐਕਸੈਪਟੇਬਲ ਹੈਗੀ, ਇਕੁਅਲੀ ਐਕਸੈਪਟੇਬਲ ਜੀ। ਠੀਕ ਹੈ। ਸੋ ਅਫਵਾਹਾਂ ਤੋਂ ਬਚਿਆ ਕਰੋ, ਸਹੀ ਜਾਣਕਾਰੀ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਦੇ ਹੁੰਨੇ ਆ। ਨੰਬਰ ਸਕਰੀਨ ਤੇ ਡਿਸਪਲੇ ਹੋ ਰਿਹਾ ਹੈ, ਕਾਲ ਕਰ ਲਿਆ ਕਰੋ। ਅਗਲੇ ਦਰਸ਼ਕ ਦਾ ਸਵਾਲ ਵੀ ਜਾਣ ਲੈਣੇ ਆ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਮੈਮ। ਹਾਂਜੀ, ਕੀ ਨਾਮ ਮੈਡਮ, ਕਿੱਥੋਂ ਬੋਲ ਰਹੇ ਹੋ ਜੀ? ਮੈਂ ਨਵਾਂ ਸ਼ਹਿਰ ਤੋਂ ਬੋਲ ਰਹੀ ਹਾਂ। ਕਿੱਥੋਂ? ਨਵਾਂ ਸ਼ਹਿਰ, ਐਸਬੀਐਸ ਨਗਰ। ਨਵਾਂ ਸ਼ਹਿਰ ਤੋਂ। ਠੀਕ ਹੈ। ਕੀ ਜਾਣਕਾਰੀ ਚਾਹੁੰਦੇ ਹੋ ਜੀ, ਨਾਮ ਕੀ ਹੈ? ਹਾਂਜੀ ਸਰ ਜੀ, ਮੈਮ ਬੱਚੇ ਦਾ ਮੈਡੀਕਲ ਐਕਸਪਾਇਰ ਹੋ ਰਿਹਾ ਆ, ਉਹਦਾ ਵੀਜ਼ਾ ਆਇਆ ਹੋਇਆ ਆ। ਹਾਂਜੀ, ਤੇ ਸਾਨੂੰ ਦਾ ਅੰਬੈਸੀ ਕੋਲ ਕਾਲ ਆ ਰਹੀ ਹੈ ਕਿ ਤੁਸੀਂ ਰਿਨਿਊ ਕਰਵਾ ਲਓ। ਅਸੀਂ ਕਰਵਾ ਕੇ ਉਹ ਬੈਕੋਂ ਭਰ ਵੀ ਚੁੱਕੇ ਆ, ਪਰ ਫਿਰ ਵੀ ਸਾਨੂੰ ਇਹ ਆਉਂਦੀ ਹੈ ਤੁਸੀਂ ਰਿਨਿਊ ਕਰਵਾਓ। ਇਹ ਸਾਡਾ ਕਿੰਨੇ ਤੱਕ ਆਪਡੇਟ? ਜੀ ਜੀ ਜੀ, ਬਿਲਕੁਲ ਬਿਲਕੁਲ। ਸਰ ਮੈਡੀਕਲ ਐਕਸਪਾਇਰ ਹੋ ਰਿਹਾ, ਕੀ ਕਹੋਗੇ ਜੀ, ਕੀ ਕਰਨ ਵੀਜ਼ਾ? ਤੁਸੀਂ ਮੈਡੀਕਲ ਕਰਵਾ ਲਿੱਤਾ ਹੈਗਾ ਦੁਬਾਰਾ? ਹਾਂਜੀ ਹਾਂਜੀ, ਮੈਡੀਕਲ ਕਰਵਾਉਂਦੇ ਹਾਂ। ਤੁਸੀਂ ਵੈਬ ਫਾਰਮ ਜਨਰੇਟ ਕੀਤਾ, ਤੁਸੀਂ ਆਪਣੇ ਏਜੰਟ ਤੋਂ ਕਨਫਰਮ ਕਰੋ ਕਿ ਅਗਰ ਤੁਹਾਡੇ GCKE 'ਚ ਇੱਕ ਟੈਬ ਓਪਨ ਹੋਈ ਹੋਏ ਜਿੱਥੇ ਤੁਸੀਂ ਆਪਣਾ ਮੈਡੀਕਲ ਅਪਲੋਡ ਕਰ ਸਕੋ, ਤੇ ਵੈਬ ਫਾਰਮ ਜਨਰੇਟ ਕਰਨ ਦੀ ਬਜਾਏ ਬੈਟਰ ਆਪਸ਼ਨ ਹੈਗਾ ਕਿ ਤੁਸੀਂ GCKE ਵਿੱਚ ਹੀ ਆਪਣੀ ਓਪਨ ਟੈਬ ਵਿੱਚ, ਬਿਕੋਜ਼ ਜਦੋਂ ਵੀ ਇਮੀਗ੍ਰੇਸ਼ਨ ਕੋਈ ਰਿਕੁਆਇਰਮੈਂਟ ਕਰਦੀ ਹੈ ਤੇ GCKE ਦੇ ਅੰਦਰ ਅਕੋਰਡਿੰਗਲੀ ਤੁਹਾਡੀ ਟੈਬਸ ਓਪਨ ਹੋ ਜਾਂਦੇ ਨੇ ਜਿੱਥੇ ਤੁਸੀਂ ਡਾਕੂਮੈਂਟ ਅਪਲੋਡ ਕਰ ਸਕਦੇ ਹੋ। ਬਿਕੋਜ਼ ਰੋਜ਼ ਹੀ ਹੰਡਰਡਸ ਆਫ ਸਟੂਡੈਂਟ ਵੈਬ ਫਾਰਮ ਜਨਰੇਟ ਕਰਦੇ ਨੇ, ਤਾਂ ਇਟ ਮੇ ਬੀ ਹਾਰਡ ਫॉर ਇਮੀਗ੍ਰੇਸ਼ਨ ਆਲਸੋ ਕਿ ਕਿਹੜਾ ਵੈਬ ਫਾਰਮ ਹੈਗਾ। ਸੋ ਇਟ ਮੀਨਸ ਤੁਸੀਂ ਇੱਕ ਵਾਰ ਆਪਣੇ ਏਜੰਟ ਨਾਲ ਗੱਲ ਕਰਕੇ ਉਹਨਾਂ ਨੂੰ ਬੋਲੋ ਕਿ ਤੁਹਾਡਾ GCKE ਚੈੱਕ ਕੀਤਾ ਜਾਏ। ਠੀਕ ਹੈ ਜੀ। ਸੋ ਨੰਬਰ ਸਕਰੀਨ ਤੇ ਲਗਾਤਾਰ ਡਿਸਪਲੇ ਹੋ ਰਿਹਾ। ਨਵਾਂ ਸ਼ਹਿਰ ਦੇ ਅੰਦਰ ਆਫਿਸ ਹੈ, ਨਵਾਂ ਸ਼ਹਿਰ ਵਿਜ਼ਿਟ ਕਰ ਸਕਦੇ ਨੇ ਫॉर ਐਨੀ ਸਪੋਰਟ। ਬਿਲਕੁਲ ਜੀ। ਹਾਂਜੀ, ਸੋ ਨਵਾਂ ਸ਼ਹਿਰ ਦੇ ਵਿੱਚ ਆਫਿਸ ਹੈ ਮੈਡਮ, ਤੁਸੀਂ ਉੱਥੇ ਵੀ ਵਿਜ਼ਿਟ ਕਰ ਸਕਦੇ ਹੋ। ਨਵਾਂ ਸ਼ਹਿਰ ਤੋਂ ਇਲਾਵਾ ਚੰਡੀਗੜ੍ਹ, ਬਲਾਚੌਰ, ਫਰੀਦਕੋਟ ਦੇ ਲਾਗੇ ਪੈਂਦਾ ਜੀ ਕੋਟਕਪੂਰਾ ਤੇ ਬਰਾੜਾ ਦੇ ਵਿੱਚ ਆਫਿਸ ਹੈਗਾ। ਤੇ ਇਸ ਤੋਂ ਬਾਅਦ ਇੱਕ ਗੁੱਡ ਨਿਊਜ਼ ਵੀ ਸਰ ਜ਼ਰੂਰ ਦੱਸਣਗੇ ਵੀ ਕਰਨਾਲ ਚ ਕੱਲ ਨੂੰ ਆਫਿਸ ਖੁੱਲ ਰਿਹਾ ਹੈ ਨਾ, ਸੋ ਤੁਸੀਂ ਉੱਥੇ ਵੀ ਆਪਣੀਆਂ ਜਿਹੜੀਆਂ ਸੇਵਾਵਾਂ ਨੇ ਲੈ ਸਕਦੇ ਹੋ। ਹਰਿਆਣੇ ਦੇ ਵਿੱਚ ਕਰਨਾਲ ਦੇ ਵਿੱਚ ਵੀ ਆਫਿਸ ਖੁੱਲਣ ਜਾ ਰਿਹਾ ਹੈ। ਨੰਬਰ ਡਿਸਪਲੇ ਹੋ ਰਿਹਾ ਜੀ, ਸਵਾਲ ਕਰਨ ਤੋਂ ਬਿਲਕੁਲ ਵੀ ਨਾ ਹਿਚਕਿਚਾਇਆ ਕਰੋ। ਨੈਕਸਟ ਕਾਲਰ ਜੀ, ਸਵਾਲ ਦੱਸੋ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਟੀਵੀ ਦੀ ਆਵਾਜ਼ ਘਟਾ ਦਿਓ ਪਲੀਜ਼, ਹੱਥ ਜੋੜ ਕੇ ਬੇਨਤੀ ਹੈ, ਘਟਾ ਦਿਓ ਆਵਾਜ਼। ਸਵਾਲ ਦੱਸੋ ਜੀ, ਕੀ ਆ? ਹੈਲੋ, ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਸਵਾਲ ਹੈ ਜੀ? ਸਰ ਪਲੀਜ਼ ਆਵਾਜ਼ ਘਟਾ ਦਿਓ ਟੀਵੀ ਦੀ, ਸਮਾਂ ਬਹੁਤ ਘੱਟ ਹੁੰਦਾ, ਤੁਹਾਡੇ ਸਵਾਲ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਨੇ ਜੀ, ਪਲੀਜ਼। ਸ਼ੁਰੂ ਹੋ ਗਏ? ਹਾਂਜੀ, ਸਪਾਊਸ ਵੀਜ਼ੇ ਲੱਗਣੇ ਸ਼ੁਰੂ ਹੋ ਗਏ ਕਿ ਨਹੀਂ? ਸਪਾਊਸ ਵੀਜ਼ੇ ਲੱਗਣੇ ਸ਼ੁਰੂ ਹੋ ਗਏ ਕਿ ਨਹੀਂ? ਅਪਲਾਈ ਕਰਤਾ ਕਿ ਕਰਨਾ ਹੈ?
ਅਪਲਾਈ ਕਰਿਆ ਹੋਇਆ ਜੀ। ਕਰਿਆ ਹੋਇਆ, ਹਾਂਜੀ ਕੀ ਕਹੋਗੇ? ਲੱਗਣੇ ਸ਼ੁਰੂ ਹੋ ਗਏ ਹਾਲੇ ਤਾਂ ਫਲਾਈਟ ਬੰਦ ਵੇਟ ਕਰੋ, ਰੱਬ ਦੇ ਅੱਗੇ ਅਰਦਾਸ ਕਰੋ। ਸੌਰੀ ਹੈ ਜੀ, ਹਲੇ ਨਹੀਂ ਲੱਗਦੇ ਪਏ यूके स्पाउस जरूर जा रहे हैं जी, यूके हस्बैंड वाइफ दोनों इकट्ठे जा रहे ने। जो स्पाउस एप्लीकेंट जाना चाहते ਹੈਗੇ ਨੇ ਉਹ यूके ਬਹੁਤ ਅੱਛਾ ਯੂਕੇ option ਹੈ। ਤੁਸੀਂ ਅਪਲਾਈ ਕਰ ਸਕਦੇ ਹੋ ਜੇ ਜਾਣਾ ਹੈਗਾ ਇਕੱਠਿਆਂ ਨੇ, ਤੇ ਜੇਕਰ ਤੁਸੀਂ ਕੈਨੇਡਾ ਅਪਲਾਈ ਕਰ ਚੁੱਕੇ ਹੋ ਤਾਂ ਫਿਰ ਤੁਹਾਨੂੰ ਵੇਟ ਹੀ ਕਰਨਾ ਪਏਗਾ, ਟਰਮਾ ਹੀ ਰੱਖਣਾ ਪਏਗਾ। ਇਸ ਤੋਂ ਇਲਾਵਾ ਕਿਸੇ ਦੇ ਕੋਲ ਕੋਈ ਇਹੋ ਜਿਹਾ ਤਬੀਤ ਨਹੀਂ ਹੈਗਾ ਕਿ ਘੋਲ ਕੇ ਪਿਆ ਦੇ ਤੇ ਕਹਿ ਦੇ ਕਿ ਜੋ ਸਟੂਡੈਂਟ ਵੀਜ਼ਾ ਵੀ ਨੇ ਇਹ ਵੀ 22 ਆਫ ਜੁਲਾਈ ਤੋਂ ਹੀ ਸ਼ੁਰੂ ਹੋਏ ਨੇ। ਇਸ ਤੋਂ ਪਹਿਲੇ ਸਟੂਡੈਂਟ ਨੂੰ ਵੀ ਵੀਜ਼ਾ ਨਹੀਂ ਮਿਲ ਰਹੀ ਸੀ, ਤਾਂ ਪੇਸ਼ੈਂਸ ਰੱਖਾਂਗੇ ਤੇ ਨੈਚੁਰਲੀ ਆਉਣਗੇ। ਜੀ ਜੀ, ਸੋ ਗੁੱਡ ਨਿਊਜ਼ ਜ਼ਰੂਰ ਸਾਰਿਆਂ ਦੇ ਨਾਲ ਸ਼ੇਅਰ ਕਰਾਂਗੇ ਜਦੋਂ ਵੀ ਵੀਜ਼ੇ ਆਉਣੇ ਸ਼ੁਰੂ ਹੋਣਗੇ। ਅਗਲੇ ਦਰਸ਼ਕ ਦਾ ਸਵਾਲ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਫੇਸਬੁੱਕ ਤੇ ਵੀ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਵੀ ਕਾਲਸ ਲਵਾਂਗੇ। ਪਲੀਜ਼ ਆਪਣਾ ਸਵਾਲ ਦੱਸੋ ਜੀ, ਕੀ ਨਾਮ ਹੈ, ਕਿੱਥੋਂ ਬੋਲ ਰਹੇ ਹੋ ਜੀ? ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿੱਥੋਂ ਬੋਲ ਰਹੇ ਹੋ? ਪੱਟੀ ਤੋਂ ਬੋਲ ਰਹੇ ਹੋ, ਠੀਕ ਹੈ ਜੀ। ਦੱਸੋ ਜੀ, ਸ਼੍ਰੀ ਅੰਮ੍ਰਿਤਸਰ ਦੇ ਲਾਗੇ ਪੱਟੀ ਹੈਗਾ, ਉੱਥੋਂ ਬੋਲ ਰਹੇ ਨੇ ਦਰਸ਼ਕ। ਕੀ ਸਵਾਲ ਹੈ ਜੀ? ਕੀ ਸਵਾਲ ਹੈ ਜੀ? ਅਪਲਾਈ ਕਰ ਚੁੱਕੇ ਹੋ, ਕਰਨਾ ਹੈ ਪਹਿਲਾਂ ਤਾਂ ਮੈਨੂੰ ਇਹ ਦੱਸੋ। ਅਪਲਾਈ ਕਰ ਚੁੱਕੇ ਹਾਂ। ਕਰ ਚੁੱਕੇ ਹੋ, ਸਵਾਲ ਕੀ ਹੈ ਹੁਣ ਇਹ ਦੱਸੋ। ਮੈਡਮ ਲੜਕੀ ਨੇ ਕੀਤੀ ਹੋਈ ਤੇ ਜਾਂਦੇ ਵੀ ਮੇਰੇ ਕਹਿਣ ਦਾ ਸਵਾਲ ਇਹ ਸੀ ਇਹ ਹੁਣ ਕੈਨੇਡਾ ਦੇ ਸਰ ਤੁਹਾਡੀ ਨਾ ਆਵਾਜ਼ ਸਾਫ਼ ਨਹੀਂ ਆ ਰਹੀ, ਪਹਿਲਾਂ ਤਾਂ ਪਲੀਜ਼ ਤੁਸੀਂ ਨੈਟਵਰਕ ਦੇ ਵਿੱਚ ਹੋ ਪਲੀਜ਼, ਕਿਉਂਕਿ ਸਮਾਂ ਬਹੁਤ ਘੱਟ ਹੈਗਾ ਤੇ ਆਵਾਜ਼ ਤੁਹਾਡੀ ਸਾਫ਼ ਨਹੀਂ ਆ ਰਹੀ, ਇਸੇ ਕਰਕੇ ਕਹਿੰਦੇ ਆ ਨੈਟਵਰਕ ਚ ਆ ਕੇ ਕਾਲ ਕਰਿਆ ਕਰੋ। ਅਗਲੇ ਦਰਸ਼ਕ ਦੀ ਕਾਲ ਲੈਣੇ ਆ ਜੀ, ਸੰਪਰਕ ਟੁੱਟ ਗਿਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੀ ਸਵਾਲ ਹੈ ਜੀ, ਕਿੱਥੋਂ ਬੋਲ ਰਹੇ ਹੋ? मेरा नाम नेहा है कि अमृतसर से बोल रही हूँ। हाँ जी नेहा जी, की जानकारी चाहते हो? मैम मेरी बीएससी नॉन मेडिकल हुई थी पिछले साल, एमएससी मैथ्स कंप्लीट हुई। मैं पूछना सी कि कनाडा में केड़े-केड़े कोर्सेज अवेलेबल होंगे? केड़े-केड़े कोर्सेज अवेलेबल नहीं? गुड क्वेश्चन, बहुत लंबी लिस्ट रह जाएगी शो में लगदा, फिर इससे ਇਹ ਸ਼ਾਰਟਕਟ ਵਿੱਚ ਖਤਮ ਕਰ ਦਿੰਦੇ ਬਿਲਕੁਲ ਜੀ। ਬੈਸਟ ਹੈ ਅਗਰ ਤੁਸੀਂ ਕੈਨੇਡਾ ਦੇ ਅੰਦਰ ਐਮਬੀਏ ਪ੍ਰੋਗਰਾਮ ਦੇ ਅੰਦਰ ਚਲੇ ਜਾਓ ਜਾਂ ਫਿਰ ਮਾਸਟਰ ਆਫ এনवायरमेंटल ਸਾਇੰਸ ਦੇ ਅੰਦਰ ਚਲੇ ਜਾਓ। ਔਰ ਤੁਸੀਂ ਪ੍ਰੋਜੈਕਟ ਮੈਨੇਜਮੈਂਟ ਵੀ ਲੈ ਇੱਕ ਸਕਦੇ ਪ੍ਰੋਜੈਕਟ ਮੈਨੇਜਮੈਂਟ ਵੀ ਲੈ ਸਕਦੇ ਹੋ। ਹੋਰ ਜ਼ਿਆਦਾ ਡਿਟੇਲ ਜਾਣਕਾਰੀ ਚਾਹੀਦੀ ਤੁਸੀਂ ਸਾਡੇ ਨੰਬਰਸ ਤੇ ਕਾਲ ਕਰਕੇ ਡਿਟੇਲਲੀ ਸਾਨੂੰ ਅਪਰੋਚ ਕਰ ਸਕਦੇ ਹੋ। ਨੰਬਰ ਸਕਰੀਨ ਤੇ ਲਗਾਤਾਰ ਡਿਸਪਲੇ ਹੋ ਰਿਹਾ, ਆਪਣੇ ਡਾਕੂਮੈਂਟ ਤੁਸੀਂ WhatsApp ਕਰ ਦਿਓ ਤੇ ਆਰਾਮ ਨਾਲ ਆਫਿਸ ਦੇ ਵਿੱਚ ਵਿਜ਼ਿਟ ਵੀ ਕਰ ਲਿਓ, ਮਿਲ ਵੀ ਲਿਓ ਜਾਂ ਜ਼ੂਮ ਕਾਲ ਦੇ ਰਾਹੀਂ ਵੀ ਤੁਸੀਂ ਆਪਣੇ ਸਵਾਲ ਡਿਸਕਸ ਕਰ ਸਕਦੇ ਹੋ। ਨੈਕਸਟ ਕਾਲਰ ਦੀ ਕਾਲ ਲੈਣ ਤੋਂ ਪਹਿਲਾਂ ਯੂਕੇ ਦੀ ਗੱਲਬਾਤ ਕਰ ਲੈਂਦੇ ਆ। ਯੂਕੇ ਦਾ ਕੀ ਸਿਨੈਰੀਓ ਚੱਲ ਰਿਹਾ ਹੈ? ਕੁਝ ਤਬਦੀਲੀਆਂ ਕੀਤੀਆਂ ਨੇ ਯੂਕੇ ਨੇ, ਸੁਣਨ ਚ ਖਬਰਾਂ ਆ ਰਹੀਆਂ ਵੀ ਆਪਣੀ ਐਲੀਜੀਬਿਲਟੀ ਸੋ ਕੀ ਹੈਗੀਆਂ ਨੇ? ਦੇਖੋ ਯੂਕੇ ਦੇ ਅੰਦਰ ਅਗਰ ਆਪਾਂ ਗੱਲ ਕਰੀਏ ਲਾਸਟ ਮਈ ਦੇ ਅੰਦਰ ਰਿਫਿਊਜ਼ਲਸ ਬਹੁਤ ਜ਼ਿਆਦਾ ਸੀਗੀਆਂ। ਸੈਪਟੰਬਰ ਇਨਟੇਕ ਦੇ ਅੰਦਰ 90% ਸਕਸੈਸ ਰੇਟ, ਵੀਜ਼ਾ ਸਕਸੈਸ ਰੇਟ ਆ ਰਿਹਾ। ਔਰ ਸਭ ਤੋਂ ਵੱਡੀ ਗੱਲ ਹੈਗੀ ਕਿ ਇੱਕ ਟਾਈਮ ਸੀਗਾ ਜਦੋਂ ਵਿਦਆਊਟ ਆਇਲਸ ਆਪਾਂ 70% ਲੈ ਰਹੇ ਸੀਗੇ, ਅੱਜ ਸਾਨੂੰ ਵਿਦਆਊਟ ਆਇਲਸ ਦੇ ਅੰਦਰ ਜਸਟ 60% ਇੰਗਲਿਸ਼ ਦੇ ਅੰਦਰ ਔਰ ਓਵਰਆਲ +2 ਅਗਰ ਕਿਸੇ ਸਟੂਡੈਂਟਸ ਦੇ 45% ਦੇ ਓਵਰਆਲ ਮਾਰਕਸ ਹੈਗੇ ਨੇ ਔਰ 60% ਇੰਗਲਿਸ਼ ਦੇ ਵਿੱਚ ਮਾਰਕਸ ਹੈਗੇ ਨੇ ਔਰ ਸਟੂਡੈਂਟਸ ਦੇ 3 ਸਾਲ ਦਾ ਵੀ ਗੈਪ ਹੈ, ਉਹ ਵਿਦਆਊਟ ਆਇਲਸ ਪ੍ਰੋਗਰਾਮ ਦੇ ਅੰਦਰ ਯੂਕੇ ਦੇ ਅੰਦਰ ਐਲੀਜੀਬਲ ਹੈ, ਉਹ ਬੈਚਲਰ ਡਿਗਰੀ ਪ੍ਰੋਗਰਾਮ ਦੇ ਅੰਦਰ ਜਾ ਸਕਦਾ ਹੈ। ਅਗਰ ਕੋਈ ਸਟੂਡੈਂਟਸ ਦਾ ਇਸ ਤੋਂ ਇਹਦੇ ਇਕੁਅਲ ਸਕੋਰ ਹੈ, ਉਹਨੂੰ ਕਿਤੇ ਡਾਊਟ ਹੈ ਕਿ ਮੇਰਾ ਵਿਦਆਊਟ ਆਇਲਸ ਵੀਜ਼ਾ ਲੱਗੇਗਾ ਜਾਂ ਨਹੀਂ ਲੱਗੇਗਾ, ਉਹਦੇ ਵਾਸਤੇ ਬੈਸਟ ਆਪਸ਼ਨ ਹੈ ਕਿ ਯੂਕੇ ਵੀ ਆਇਲਸ ਅਗਰ 4.5 ਬੈਂਡ ਜਾਂ ਓਵਰਆਲ 4 ਬੈਂਡਸ ਵੀ ਹੈਗੇ ਨੇ ਤਾਂ ਵੀ ਤੁਹਾਡਾ ਯੂਕੇ ਦਾ ਵੀਜ਼ਾ ਲੱਗ ਸਕਦਾ ਹੈ। ਤੁਸੀਂ ਆਪਣੀ ਪ੍ਰੋਫਾਈਲ ਸਾਡੇ ਨਾਲ ਸ਼ੇਅਰ ਕਰ ਸਕਦੇ ਹੈਗੇ ਹੋ। 4.5 ਬੈਂਡ ਤੇ ਵੀ ਯੂਕੇ ਦਾ ਵੀਜ਼ਾ ਬਿਲਕੁਲ ਬਟ ਉਹਦੇ ਲਈ ਆਇਲਸ ਜਿਹੜੀ ਉਹ ਯੂਕੇ ਵੀ ਆਇਲਸ ਚਾਹੀਦੀ ਹੈ। ਅੱਛਾ, ਇੱਕ ਨਾਰਮਲ ਆਇਲਸ ਹੈ, ਇੱਕ ਯੂਕੇ ਵੀ ਆਇਲਸ ਹੈ। ਦੋਨਾਂ ਦੇ ਅੰਦਰ ਡਿਫਰੈਂਸ ਕੁਝ ਨਹੀਂ ਹੈ ਕਿ ਉਹਦੀ ਸੀਡੀ ਜਿਹੜੀ ਜਨਰੇਟ ਹੁੰਦੀ ਯੂਕੇ ਵੀ ਆਇਲਸ ਦਾ ਕੀ ਹੈ, ਉਹਦੀ ਸੀਡੀ ਜਨਰੇਟ ਹੁੰਦੀ ਉਹ ਆਈਡੀਪੀ ਕੋਲ ਹੋਏਗੀ, ਠੀਕ ਹੈ, ਤੇ ਉਹਨੂੰ ਯੂਕੇ ਗਵਰਨਮੈਂਟ ਉਹਨੂੰ ਜ਼ਿਆਦਾ ਸੇਫ ਔਰ ਸਿਕਿਉਰ ਮੰਨਦੀ ਹੈ ਕਿ ਇਹ ਬੱਚਾ ਬਿਲਕੁਲ ਜੈਨੂਇਨ ਹੈ। ਤੇ ਇਸ ਕਰਕੇ ਅਗਰ ਉੱਥੇ 4 ਬੈਂਡਸ ਵੀ ਹੈਗੇ ਨੇ ਤੇ ਉਹ ਐਕਸੈਪਟ ਕਰਦੇ। ਠੀਕ ਹੈ, ਸੋ 4 ਬੈਂਡ ਦੇ ਸਿਰ ਤੇ ਵੀ ਤੁਸੀਂ ਯੂਕੇ ਜਾਣ ਦਾ ਸੁਪਨਾ ਆਪਣਾ ਪੂਰਾ ਕਰ ਸਕਦੇ, ਕਿਉਂਕਿ ਕਈ ਵਾਰੀ ਸੁਣਨ ਚ ਆਉਂਦਾ ਨਾ ਵੀ ਨੰਬਰ ਘੱਟ ਹੈਗੇ ਨੇ ਜਾਂ ਫਿਰ ਯੂਨੀਵਰਸਿਟੀ ਜਿਹੜੀ ਆ ਉਹ ਨਹੀਂ ਵਿਦਆਊਟ ਆਇਲਸ ਲੈ ਰਹੀ ਜਾਂ ਨੰਬਰਾਂ ਦੀ ਗੱਲ ਆਂਦੀ ਵੀ ਤੁਹਾਡੇ 80 ਨੰਬਰ ਹੈ ਤਾਂ ਹੁਣ 60% ਨੰਬਰ ਵੀ ਹੋ ਗਏ ਤੇ ਬੈਂਡ ਸਕੋਰ ਵੀ ਘਟ ਗਿਆ। ਹਰ ਯੂਨੀਵਰਸਿਟੀ ਦੀ ਆਪਣੀ ਰਿਕੁਆਇਰਮੈਂਟਸ ਹੈ, ਕੁਝ ਯੂਨੀਵਰਸਿਟੀ ਹਲੇ ਵੀ 80%, ਕੁਝ ਹਲੇ ਵੀ ਆਇਲਸ ਨਾਲ ਹੀ ਲੈਂਦੇ ਨੇ, ਸੋ ਇਟ ਡਿਪੈਂਡਸ ਹਨ। 4 ਬੈਂਡ ਵੀ ਹੈਗੇ ਤਾਂ ਹੱਲ ਨਿਕਲ ਗਿਆ, ਰਸਤਾ ਮਿਲ ਗਿਆ। ਜੋ ਆਪਾਂ ਯੂਨੀਵਰਸਿਟੀ ਦੀ ਗੱਲ ਵੀ ਕਰ ਰਹੇ ਹਾਂ ਉਹ ਗਵਰਨਮੈਂਟ ਯੂਨੀਵਰਸਿਟੀਜ਼ ਨੇ ਯੂਕੇ ਦੀਆਂ, ਕੋਈ ਪ੍ਰਾਈਵੇਟ ਯੂਨੀਵਰਸਿਟੀ ਨਹੀਂ, ਇਸ ਕਰਕੇ ਵਰੀਡ ਹੋਣ ਦੀ ਜ਼ਰੂਰਤ ਨਹੀਂ ਹੈ। ਔਰ ਪੈਸਾ ਔਰ ਫੀਸ ਜੋ ਟ੍ਰਾਂਸਫਰ ਕੀਤੀ ਜਾਏਗੀ ਦੈਟ ਇਜ਼ ਉਹ ਬਿਲਕੁਲ ਸੇਫ ਰਹੇਗੀ ਤੁਹਾਡੀ। ਠੀਕ ਹੈ ਜੀ, ਨੰਬਰ ਸਕਰੀਨ ਤੇ ਲਗਾਤਾਰ ਡਿਸਪਲੇ ਹੋ ਰਿਹਾ, ਮੰਚ ਕੋਈ ਵੀ ਸਵਾਲ ਹੈ ਡਿਸਕਸ ਕਰ ਸਕਦੇ ਹੋ ਜੀ। ਅਗਲੇ ਦਰਸ਼ਕ ਨਾਲ ਜੁੜੇ ਨੇ, ਸਵਾਗਤ ਹੈ ਜੀ। ਟੀਵੀ ਦੀ ਆਵਾਜ਼ ਘਟਾ ਦਿਓ ਪਲੀਜ਼ ਟੀਵੀ ਦੀ ਆਵਾਜ਼ ਘਟਾ ਦਿਓ। ਕੀ ਨਾਮ ਹੈ, ਕਿੱਥੋਂ ਬੋਲ ਰਹੇ ਹੋ ਜੀ? ਮੇਰਾ ਨਾਮ ਮਨੀਸ਼ਾ ਹੈ।
ਮਨੀਸ਼ਾ ਜੀ, ਹਾਂਜੀ ਕੀ ਸਵਾਲ ਹੈ ਮਨੀਸ਼ਾ ਜੀ? ਹਾਂਜੀ ਮੈਂ ਬੀਟੈਕ ਕੀਤੀ ਹੋਈ ਹੈ 2019 ਪਾਸ ਆਊਟ। ਅਪਲਾਈ ਕਰ ਚੁੱਕੇ ਹੋ ਕਿ ਕਰਨਾ ਹੈ? ਨਹੀਂ ਹਾਲੇ ਕਰਨਾ ਹੈ ਕਰਨਾ ਹੈ, ਓਕੇ। ਬੀਟੈਕ 2019 ਚ ਕੀਤੀ ਹੈ, ਠੀਕ ਹੈ। ਸਾਡੇ ਨਾਲ ਸਾਡੇ ਸਟੱਡੀ ਵੀਜ਼ਾ ਐਕਸਪਰਟ ਮੌਜੂਦ ਨੇ ਜੀ, ਉਹਨਾਂ ਨਾਲ ਆਪਣੀ ਪ੍ਰੋਫਾਈਲ ਸ਼ੇਅਰ ਕਰੋ। ਦੱਸੋ ਜੀ ਕੀ ਬੈਂਚ ਸਕੋਰ ਕੀ ਹੈਗਾ, ਸਵਾਲ ਕੀ ਹੈ ਜੀ? ਹਾਂਜੀ ਮੈਨੂੰ ਹੁਣ 2 ਸਾਲ ਹੋ ਗਏ ਆ ਵਿਪਰੋ ਆਈਟੀ ਕੰਪਨੀ ਦੇ ਵਿੱਚ ਕੰਮ ਕਰਦੇ ਹੋਏ। ਹੂੰ, ਮੈਂ ਪੀਆਰ ਲਈ ਅਪਲਾਈ ਕਰ ਸਕਦੀ ਹਾਂ? ਪੀਆਰ ਲਈ ਬੀਟੈਕ ਤੋਂ ਬਾਅਦ ਪੀਆਰ? ਜੀ ਬਿਲਕੁਲ, ਤੁਸੀਂ ਪੀਆਰ ਲਈ ਬਿਲਕੁਲ ਅਪਲਾਈ ਕਰ ਸਕਦੇ ਹੋ। ਜੋ ਤੁਹਾਡੀ ਏਜ ਹੈ ਔਰ ਜੋ ਤੁਸੀਂ ਪ੍ਰੋਫਾਈਲ ਦੱਸ ਰਹੇ ਹੋ, ਅਗਰ ਅਨਮੈਰਿਡ ਹੈਗੇ ਹੋ, ਤੁਹਾਨੂੰ 8777 ਬੈਂਡ ਸਕੋਰ ਦੀ ਜ਼ਰੂਰਤ ਪਏਗੀ, ਜਾਂ ਫਿਰ ਤੁਸੀਂ ਉੱਥੋਂ ਕੋਈ ਲੀਨੀਆ ਜਨਰੇਟ ਕਰਵਾ ਲਓ। ਔਰ ਮਿਨੀਮਮ ਜੋ ਐਕਸਪੀਰੀਅੰਸ ਹੈ ਉਹ 3 ਇਅਰਸ ਦਾ ਐਕਸਪੀਰੀਅੰਸ ਹੋਣਾ ਚਾਹੀਦਾ, ਜਿਹਦੇ ਬੇਸ ਤੇ ਤੁਹਾਡੇ ਆਲਮੋਸਟ ਪੁਆਇੰਟਸ ਕੰਪਲੀਟ ਹੋ ਜਾਣਗੇ। ਅਗਰ 8777 ਹੈ ਪਲੱਸ 3 ਇਅਰਸ ਦਾ ਐਕਸਪੀਰੀਅੰਸ ਹੈਗਾ ਤਾਂ ਇਹਨਾਂ ਕੋਲ 2 ਸਾਲ ਦਾ ਗੈਪ ਹੈ ਆਈਟੀ ਡਿਪਾਰਟਮੈਂਟ ਤੇ 1 ਇਅਰ ਤੁਸੀਂ ਹੋਰ ਜੌਬ ਕਰੋ ਐਂਡ ਦੈਨ ਇੱਕ ਸਾਲ ਹੋਰ ਜੌਬ ਕਰ ਲਓ, ਫਿਰ ਸਿੱਧਾ ਤੁਸੀਂ ਪੀਆਰ ਵਾਸਤੇ ਅਪਲਾਈ ਕਰ ਜੀ ਸਿੱਧਾ ਸਕਦੇ ਪੀਆਰ ਹੋ। ਲਈ apply ਬਟ ਉਸ ਦੇ ਨਾਲ ਤੁਹਾਡੇ 8777 ਬੈਂਡਸ ਹੋਣੇ ਚਾਹੀਦੇ ਜ਼ਰੂਰੀ ਹੈ, ਠੀਕ ਹੈ ਜੀ। ਸਾਡੇ ਸ਼ੋਅ 'ਚ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਅਗਲੇ ਦਰਸ਼ਕ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। नहीं बोलना जी, कॉल लग गई है, बोलो सवाल की है। चलो जी नेक्स्ट कॉलर जी। सत श्री अकाल, स्वागत है, की सवाल है जी? जी संपर्क टूट गया जी। जे तक थानू आवाज सुन रही है तो प्लीज जवाब दो जी। ਫਰੀ ਦੀ ਸਲਾਹ ਸਾਡੇ ਸ਼ੋਅ ਦੇ ਰਾਹੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਦੀ ਰੋਜ਼ ਕੋਸ਼ਿਸ਼ ਕਰਦੇ ਹੁੰਦੇ ਆ। ਸੋ ਹੁਣ ਫੇਸਬੁੱਕ ਦੇ ਸਵਾਲ ਵੀ ਚੁੱਕ ਲੈਂਦੇ ਆ ਜੀ। ਕੁਲਵਿੰਦਰ ਕੌਰ ਪੁੱਛ ਰਹੇ ਨੇ ਜੀ ਕਿ ਜਰਮਨੀ ਦੀ ਅਪਾਇੰਟਮੈਂਟ ਦਾ ਕੀ ਮਾਹੌਲ ਚਾਲ ਹੈ? ਜਰਮਨੀ ਦੀ ਅਪਾਇੰਟਮੈਂਟ ਮਿਲਣੀਆਂ ਸ਼ੁਰੂ ਹੋ ਗਈਆਂ ਨੇ? ਬਿਲਕੁਲ ਜੀ, ਇਹ ਵੀ ਇੱਕ ਗੁੱਡ ਨਿਊਜ਼ ਹੈ ਸਟੂਡੈਂਟਸ ਲਈ, ਬਿਕੋਜ਼ ਅਰਲੀਅਰ ਕੀ ਸੀ, ਮਾਸਟਰ ਡਿਗਰੀ ਲਈ ਜਿਹੜੇ ਬੱਚੇ ਆਲਰੇਡੀ ਗ੍ਰੈਜੂਏਟ ਸੀ, ਜੋ ਮਾਸਟਰ ਡਿਗਰੀ ਕਰਨ ਜਾ ਰਹੇ ਸੀ, ਉਹਨਾਂ ਲਈ ਅਪਾਇੰਟਮੈਂਟਸ ਓਪਨ ਸੀ। ਬਟ ਇਹ ਗੁੱਡ ਨਿਊਜ਼ ਹੈ ਕਿ ਹੁਣ ਤੁਸੀਂ ਅਗਰ +2 ਵੀ ਕੀਤੀ ਹੈ, ਤੁਸੀਂ ਬੈਚਲਰ ਡਿਗਰੀ ਕਰਨੀ ਹੈ ਜਰਮਨੀ ਵਿੱਚ, ਦੈਨ 2 ਅਗਸਤ ਤੋਂ ਦੀ ਅਪਾਇੰਟਮੈਂਟਸ ਓਪਨ ਹੋ ਗਈਆਂ ਨੇ। ਤੇ ਮੀਨਸ ਆਲਮੋਸਟ 25 ਡੇਜ਼ ਦੇ ਵੇਟਿੰਗ ਤੋਂ ਬਾਅਦ ਤੁਹਾਨੂੰ ਅਪਾਇੰਟਮੈਂਟ ਮਿਲ ਜਾਂਦੀ ਹੈ ਜੀ। ਠੀਕ ਹੈ ਜੀ। ਸੋ ਮੰਚ ਕੋਈ ਵੀ ਸਵਾਲ ਹੈ ਡਿਸਕਸ ਕਰ ਸਕਦੇ ਹੋ ਜੀ। ਸੰਦੀਪ ਸਿੰਘ ਦਾ ਸਵਾਲ ਹੈਗਾ ਹੈ ਕਿ ਕੈਨੇਡਾ ਸਟੱਡੀ ਵੀਜ਼ਾ ਵਾਸਤੇ ਕਿੰਨੇ ਸਾਲਾਂ ਦਾ ਗੈਪ ਜਿਹੜਾ ਆ ਅਸੈਪਟ ਹੋ ਜਾਏਗਾ? ਕੀ ਕਹੋਗੇ ਜੀ ਗੈਪ ਨੂੰ ਲੈ ਕੇ? ਦੇਖिए ਅਗਰ ਤੁਸੀਂ ਗ੍ਰੈਜੂਏਟ ਹੋ ਸੰਦੀਪ ਜੀ, ਤਾਂ ਚਾਹੇ ਤੁਹਾਡਾ 10 ਇਅਰਸ ਦਾ ਗੈਪ ਹੈ, ਬਟ ਤੁਸੀਂ ਜਸਟੀਫਾਈ ਕਰ ਸਕਦੇ ਹੋ ਕਿ ਤੁਸੀਂ 10 ਇਅਰਸ ਕੀ ਕੀਤਾ, ਤੁਸੀਂ ਵਰਕਿੰਗ ਸੀ, ਐਕਸਪੀਰੀਅੰਸ ਸੀ, ਸੈਲਰੀ ਅਕਾਊਂਟ ਸੀ, ਜਾਂ ਤੁਹਾਡੀ ਸੈਲਰੀ ਅਕਾਊਂਟ 'ਚ ਨਹੀਂ ਸੀ, ਬਟ ਤੁਹਾਡਾ ਜਿਹੜਾ ਜੌਬ ਪ੍ਰੋਫਾਈਲ ਸੀ ਉਹ ਰੈਗੂਲਰਲੀ ਇੰਪਰੂਵ ਕਰ ਰਿਹਾ ਸੀ 10 ਇਅਰਸ, ਦੈਨ ਵੀ ਡੋਂਟ ਹੈਵ ਐਨੀ ਪ੍ਰੋਬਲਮ ਇਨ 10 ਇਅਰਸ ਗੈਪ ਜੀ। ਬਟ ਅਗਰ ਤੁਸੀਂ +2 ਹੋ, ਦੈਨ ਆਈ ਵਿਲ ਸੁਜੈਸਟ ਯੂ ਕਿ ਤੁਸੀਂ 2019 ਪ੍ਰੋਫਾਈਲ ਨੂੰ ਹੀ ਕੈਨੇਡਾ ਇਸ ਟਾਈਮ ਵੀਜ਼ਾ ਦੇ ਰਿਹਾ। 18 ਤੇ ਵੀ ਰਿਫਿਊਜ਼ਲਸ ਹੀ ਆ ਰਹੀਆਂ ਨੇ ਜੀ। ਠੀਕ ਹੈ। ਸੋ ਗੈਪ ਨੂੰ ਲੈ ਕੇ ਵੀ ਮੰਚ ਕੋਈ ਵੀ ਸਵਾਲ ਹੈ ਡਿਸਕਸ ਕਰ ਸਕਦੇ ਹੋ। ਨੰਬਰ ਸਕਰੀਨ ਦੇ ਉੱਤੇ ਲਗਾਤਾਰ ਡਿਸਪਲੇ ਹੋ ਰਿਹਾ ਹੈ। ਸਮਾਂ ਸਾਡੇ ਕੋਲ ਬਹੁਤ ਘੱਟ ਹੁੰਦਾ ਹੈ, ਕਾਲਸ ਕਰਦੇ ਰਿਹਾ ਕਰੋ ਪਲੀਜ਼। ਟੀਵੀ ਦੇ ਆਵਾਜ਼ ਕਚਾ ਕੇ ਆਪਣਾ ਸਵਾਲ ਸਾਡੇ ਨਾਲ ਡਿਸਕਸ ਕਰਿਆ ਕਰੋ। ਮੇਰੇ ਫੇਵਰਿਟ ਸਵਾਲ ਤੇ ਆਏ ਨਹੀਂ ਆ, ਦਰਸ਼ਕਾਂ ਨੂੰ ਪਤਾ ਲੱਗ ਗਿਆ ਹੁਣ ਮੈਡਮ ਵਾਈਂਡ ਅਪ ਕਰੂਗੀ। ਬਹੁਤ ਸਾਰੇ ਇਮੀਗ੍ਰੇਸ਼ਨ ਐਕਸਪਰਟ ਹੈਗੇ ਨੇ ਮਾਰਕੀਟ ਦੇ ਵਿੱਚ। ਵਿਦਿਆਰਥੀ ਵਿਜ਼ਨ ਵੇ ਦੇ ਕੋਲ ਆਵੇ ਤਾਂ ਕਿਉਂ ਆਵੇ? ਕੀ ਵੱਖਰਾ, ਕੀ ਨਵੇਕਲਾ ਹੈਗਾ ਬਾਕੀ ਕੰਸਲਟੈਂਟ ਨਾਲੋਂ ਤੁਹਾਡੇ ਕੋਲ? ਇਸ ਪ੍ਰੋਫੈਸ਼ਨ ਦੇ ਅੰਦਰ ਟਰੂ ਇਨਫੋਰਮੇਸ਼ਨ ਦੇਣਾ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਵਿਜ਼ਨ ਵੇ ਕੋਲ ਬਿਲਕੁਲ 100% ਤੁਹਾਨੂੰ ਟਰੂ ਇਨਫੋਰਮੇਸ਼ਨ ਮਿਲੇਗੀ, ਪਹਿਲਾ। ਦੂਸਰਾ, ਤੁਹਾਡੀ ਐਪਲੀਕੇਸ਼ਨ ਦਾ ਸਟੇਟਸ ਤੁਸੀਂ ਪੂਰੇ ਪੰਜਾਬ ਹਰਿਆਣਾ ਕਿਸੇ ਵੀ ਕੰਸਲਟੈਂਟ ਕੋਲ ਚਲੇ ਜਾਓ, ਤੁਹਾਨੂੰ ਆਪਣੀ ਐਪਲੀਕੇਸ਼ਨ ਦਾ ਸਟੇਟਸ ਨਹੀਂ ਪਤਾ ਚੱਲੇਗਾ ਜਨਰਲੀ ਤੁਹਾਡਾ ਐਪਲੀਕੇਸ਼ਨ ਦਾ ਸਟੇਟਸ ਕੀ ਹੈ। ਔਨ 15th of ਅਗਸਤ ਵਿਜ਼ਨ ਵੇ ਆਪਣੀ ਇੱਕ ਐਪ ਲਾਂਚ ਕਰ ਰਿਹਾ ਹੈ, ਜੋ ਸਾਡੀ ਆਫਿਸ ਦੇ ਅੰਦਰ ਫਾਈਲ ਦਾ ਸਟੇਟਸ ਹੋਏਗਾ ਉਹ ਤੁਹਾਡੇ ਫੋਨ ਤੇ ਅਵੇਲੇਬਲ ਹੋਏਗਾ, ਜੋ ਕਿ ਅੱਜ ਤੱਕ ਕੋਈ ਵੀ ਇਮੀਗ੍ਰੇਸ਼ਨ ਕੰਪਨੀ ਨਹੀਂ ਦੇ ਪਾਈ। ਤੁਹਾਨੂੰ ਬਾਰ-ਬਾਰ ਕਾਲ ਕਰਕੇ ਆਪਣਾ ਸਟੇਟਸ ਪੁੱਛਣਾ ਪੈਂਦਾ ਹੈ ਕਿਸੇ ਵੀ ਕੰਸਲਟੈਂਟ ਕੋਲੋਂ। ਆਪਣੀ ਤੁਹਾਨੂੰ ਯੂਨੀਕ ਆਈਡੀ ਦੇ ਦਿੱਤੀ ਜਾਏਗੀ, ਤੁਸੀਂ ਐਪ ਆਪਣੀ ਵਿਜ਼ਨ ਵੇ ਆਪਣੇ ਫੋਨ ਤੇ ਡਾਊਨਲੋਡ ਕਰੋ, ਆਪਣਾ ਸਟੇਟਸ ਤੁਸੀਂ ਆਪ ਚੈੱਕ ਕਰ ਸਕਦੇ ਹੋ। ਉਹਦੇ ਰਾਹੀਂ ਤੁਸੀਂ ਕੋਈ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤੁਸੀਂ ਉਹ ਥਰੂ ਚੈਟ ਕਰ ਸਕਦੇ ਹੋ। ਉਹਦਾ ਡੈਮੋਸਟ੍ਰੇਸ਼ਨ ਤੁਹਾਨੂੰ ਨੈਕਸਟ ਟੂ ਨੈਕਸਟ ਸ਼ੋ ਦੇ ਅੰਦਰ ਤੁਹਾਨੂੰ ਦੇ ਦਿੱਤਾ ਜਾਏਗਾ। ਔਰ ਦੂਸਰਾ, ਕਰਨਾਲ ਦੇ ਅੰਦਰ ਆਪਾਂ ਆਪਣੀ ਬ੍ਰਾਂਚ ਓਪਨ ਕਰ ਰਹੇ ਹਾਂ। ਸਾਡੇ ਹਰਿਆਣਾ ਦੇ ਬਹੁਤ ਸਾਰੇ ਕਲਾਇੰਟਸ ਨੇ ਜੋ ਆਪਣਾ ਪੰਜਾਬ ਆਉਣ 'ਚ ਬੜਾ ਹਾਰਡ ਹੁੰਦਾ ਸੀਗਾ, ਉਹਨਾਂ ਨੂੰ ਦਿੱਕਤ ਮਹਿਸੂਸ ਹੁੰਦੀ ਸੀ, ਉਹਨਾਂ ਵਾਸਤੇ ਆਪਾਂ ਕਰਨਾਲ ਆਪਣੀ ਬ੍ਰਾਂਚ ਓਪਨ ਕਰ ਰਹੇ ਹਾਂ। ਕੱਲ ਹੀ ਆਪਾਂ ਓਪਨ ਕਰ ਰਹੇ ਹੈਗੇ ਆ। ਔਰ ਤੀਸਰਾ, ਨੈਕਸਟ
ਜਦੋਂ ਆਪਾਂ ਮਿਲਾਂਗੇ ਆਪਾਂ ਯੂਐਸਏ ਦੇ ਬਾਰੇ ਗੱਲ ਕਰਾਂਗੇ, ਜਿਹਦੇ ਬਾਰੇ ਮੈਂ ਥੋੜਾ ਜਿਹਾ ਵੇਰਵਾ ਦਿੱਤਾ ਸੀਗਾ ਕਿ ਉਹਨਾਂ ਦੇ ਅੰਦਰ ਐਂਟਰੀ ਰਿਕੁਆਇਰਮੈਂਟਸ ਕਿਆ ਨੇ ਔਰ ਕਿਸ ਤਰੀਕੇ ਦਾ ਉਹਦੇ ਯੂਐਸਏ ਦਾ ਵੀਜ਼ਾ ਸਕਸੈਸ ਰੇਟ ਨਿਕਲ ਰਿਹਾ ਹੈਗਾ, ਉਹ ਆਪਾਂ ਨੈਕਸਟ ਸ਼ੋਅ ਦੇ ਅੰਦਰ ਆਪਾਂ ਗੱਲ ਜੀ। ਕਰਾਂਗੇ। ਸੋ ਨੈਕਸਟ ਸ਼ੋਅ 'ਚ ਗੱਲ ਕਰਨ ਵਾਸਤੇ ਟੌਪਿਕ ਪਹਿਲਾਂ ਹੀ ਦੱਸਤਾ, ਯੂਐਸਏ ਨਾਲ ਜੁੜਿਆ ਕੋਈ ਵੀ ਮਨ ਸਵਾਲ ਹੋਊਗਾ ਅਗਲੇ ਸ਼ੋਅ 'ਚ ਜ਼ਰੂਰ ਡਿਸਕਸ ਕਰਾਂਗੇ। ਮੈਡਮ ਤੇ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਰੁਝੇ ਵਿੱਚ ਸਮਾਂ ਦੇਣ ਲਈ। ਸਤਿ ਸ਼੍ਰੀ ਅਕਾਲ ਥੈਂਕ ਯੂ ਜੀ, ਥੈਂਕ ਯੂ। ਸੋ ਕਾਲ ਕਰ ਸਕਦੇ ਹੋ ਜੀ, ਲਿਵਿੰਗ ਇੰਡੀਆ ਨਿਊਜ਼ ਦਾ ਉਪਰਾਲਾ ਹੈ, ਜਦ ਵੀ ਸਾਡੇ ਦਰਸ਼ਕ ਕਾਲ ਕਰਨ ਦੀ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਨੇ, ਮਨ 'ਚ ਹਜ਼ਾਰਾਂ ਸਵਾਲ ਲੈ ਕੇ ਬੈਠੇ ਹੁੰਦੇ ਨੇ, ਕਾਲਸ ਵੀ ਹਜ਼ਾਰਾਂ ਦੀ ਤਾਦਾਦ ਨਾਲ ਹੁੰਦੀ ਹੈ। ਸੋ ਥੋੜਾ ਜਿਹਾ ਟਰਮਾ ਰੱਖ ਲਿਆ ਕਰੋ, ਕਾਲ ਕਰਿਆ ਕਰੋ। ਜੋ ਵੀ ਸਾਡੇ ਨਾਲ ਸਟੱਡੀ ਵੀਜ਼ਾ ਐਕਸਪਰਟ ਇੱਥੇ ਮੌਜੂਦ ਹੋਣਗੇ ਉਹਨਾਂ ਦੀ ਟੀਮ ਤੁਹਾਨੂੰ ਜਵਾਬ ਜ਼ਰੂਰ ਦੇਊਗੀ। ਸੋ ਸੇਮ ਐਜ਼ ਇਟ ਇਜ਼ ਅੱਜ ਵਿਜ਼ਨ ਵੇਦ ਦੀ ਟੀਮ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਜ਼ਰੂਰ ਦੇਊਗੀ, ਭਾਵੇਂ ਤੁਸੀਂ ਸ਼ੋਅ ਤੋਂ ਬਾਅਦ ਕਾਲ ਕਰ ਲਿਓ, ਭਾਵੇਂ ਰਾਤੀ 9 ਵਜੇ ਵੀ ਕਾਲ ਕਰੋਗੇ, ਕੱਲ ਤੜਕੇ 10-11 ਵਜੇ ਵੀ ਕਾਲ ਕਰੋਗੇ, ਤਾਂ ਵੀ ਤੁਹਾਡੇ ਸਵਾਲ ਦਾ ਜਿਹੜਾ ਜੋ ਵੀ ਸਹੀ ਬਣਦਾ ਜਵਾਬ ਹੈ ਤੁਹਾਡੇ ਨਾਲ ਜ਼ਰੂਰ ਸਾਂਝਾ ਕੀਤਾ ਜਾਊਗਾ। ਕੱਲ ਫਿਰ ਮਿਲਾਂਗੇ ਇਸ ਟਾਈਮ। ਦੇਖਦੇ ਰਹੋ ਲਿਵਿੰਗ ਇੰਡੀਆ ਨਿਊਜ਼। ਧੰਨਵਾਦ, ਸਤਿ ਸ਼੍ਰੀ ਅਕਾਲ। ਜਨਰਲ ਇਨਟੇਕ ਦੇ ਲਈ ਅਪਲਾਈ ਕਰੋ। ਮੂਵ ਟੂ ਅਬਰੋਡ ਦੇ ਨਾਲ ਕਾਲ 9539395393। ਹੁਣ ਕਰੀਏ ਤੇ ਕੀ ਕਰੀਏ? ਫਸਲ ਬੀਜਣੀ ਹੈ, ਪੈਸੇ ਨਹੀਂ, ਕਰਜ਼ੇ ਤੇ ਕਰਜ਼ਾ। ਇਸ ਸਰਕਾਰ ਨੂੰ ਵੋਟ ਇਸ ਕਰਕੇ ਪਾਈ ਸੀ, ਕਹਿੰਦੇ ਸੀ ਕਿ ਸਾਰੇ ਕਰਜ਼ੇ ਮਾਫ ਕਰਾਂਗੇ, ਕਿਸਾਨੀ ਬਚਾਵਾਂਗੇ। ਮਿਲਿਆ ਕੀ? 108 ਰੁਪਏ ਦਾ ਚੈੱਕ। ਹੁਣ ਗਲਤੀ ਨਹੀਂ ਕਰਨੀ।